ਬੰਗਾ ਹੋਇਆ ਏ ਦੰਗਾ ਹੋਇਆ ਏ ਕਿਹੜਾ ਕੀ ਹੈ ਨੰਗਾ ਹੋਇਆ ਏ ਚਲੋ ਚੰਗਾ ਹੋਇਆ ਏ। ਐਮਐਲਏ ਰਿਪੋर्ट कार्ड के तहत अज असी पहुंचे हाँ विधान सभा हलका घनौर हलके की गल करांगे कि इस हलके दे विच विकास की इबारत किस कदर लिखी गई। इत्थों मौजूदा विधायक मदन लाल जलालपुर ने 2 वार विधायक बन चुके, एक बार आज़ाद जिते सीगे ते दूजी वार कांग्रेस तो जित के लोकां दा विश्वास जितण दा उन्हां नूं बल मिलिया सीगा। पर लोकां दा विश्वास जितण तो बाद लोकां दे विश्वास ते खरा किन्ना उतरे है, लोकां नाल भी गल करांगे ते विधायक नाल भी गल करांगे। हलका घनौर दी ते कांग्रेस दा एक वायदा सीगा घर घर रोजगार ते कांग्रेस दी सरकार सी, कांग्रेस तो विधायक मदन लाल जलालपुर एमएलए ने उन्हां नाल गलबात करांगे, जाणांगे कि तुसीं अपने वायदे नूं लैके किन्ना कामयाब होए हो। हालांकि ये जिहड़ा नारा सीगा वायदा सीगा कैप्टन अमरिंदर सिंह होरां दे रूप च दिता गया सी, पर कैप्टन अमरिंदर सिंह हुण गद्दियों ला दिते गए है। पंजाब कांग्रेस दे विच तख्ता पलट हो चुका है। चरणजीत चन्नी मुख मंत्री ने ते हुण की ਉਹ ਕੰਮ ਜਿਹੜੇ 4 ਸਾਲਾਂ 'ਚ ਨਹੀਂ ਹੋਏ 4 ਸਾਲਾਂ 'ਚ ਪੂਰੇ ਹੋਣਗੇ। ਇਹ ਸਾਰੀ ਗੱਲਬਾਤ ਵਿਧਾਇਕ ਦੀ ਜ਼ੁਬਾਨੀ ਸੁਣਾਵਾਂਗੇ ਤੇ ਲੋਕ ਕੀ ਕਹਿੰਦੇ ਆ ਤੇ ਵਿਰੋਧੀ ਕੀ ਕਹਿੰਦੇ ਆ, ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕੀ ਕਹਿੰਦੀ ਆ, ਉਹ ਵੀ ਗੱਲਬਾਤ ਕਰਾਂਗੇ। ਤੇ ਆਓ ਚੱਲਦੇ ਆ ਹਲਕਾ ਘਨੌਰ ਦੀ ਬਾਤ ਪਾਉਣ ਦੇ ਲਈ। हलका घनौर पंजाब दियां रवायती धिरां दरमियान गहगच मुकाबलिਆਂ ਦਾ ਗਵਾ ਰਿਹਾ ਹੈ। 1970 ਤੋਂ 1985 ਤੱਕ ਲਗਾਤਾਰ 3 ਵਾਰ ਸ਼੍ਰੋਮਣੀ ਅਕਾਲੀ ਦਲ ਦੀ ਇਸ ਹਲਕੇ ਤੋਂ ਝੰਡੀ ਰਹੀ। ਜਸਦੇਵ ਸਿੰਘ ਸੰਧੂ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ, ਪਰ 1992 ਵਿੱਚ ਜਸਜੀਤ ਸਿੰਘ ਰੰਧਾਵਾ ਨੇ ਇਸ ਹਲਕੇ ਵਿੱਚ ਕਾਂਗਰਸ ਦੀ ਜੜ ਲਗਾਈ। ਪਰ 1997 ਵਿੱਚ ਮੁੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਜਾਇਬ ਸਿੰਘ ਮੁਖਮੈਲਪੁਰ ਨੇ ਹਲਕਾ ਕਾਂਗਰਸ ਤੋਂ ਹਥਿਆ ਲਿਆ। 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਸਜੀਤ ਸਿੰਘ ਰੰਧਾਵਾ ਨੇ ਫਿਰ ਕਾਂਗਰਸ ਦੀ ਵਾਪਸੀ ਕਰਵਾਈ, ਪਰ 2007 ਵਿੱਚ ਹਲਕੇ ਦੀ ਜਨਤਾ ਨੇ ਮਦਨ ਲਾਲ ਜਲਾਲਪੁਰ ਨੂੰ ਬਤੌਰ ਆਜ਼ਾਦ ਉਮੀਦਵਾਰ ਚੁਣਿਆ। ਪਰ ਬਤੌਰ ਆਜ਼ਾਦ ਵਿਧਾਇਕ ਜਿੱਤ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। 2012 ਵਿੱਚ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਪਰ ਹਾਰ ਗਏ, ਪਰ 2017 ਵਿੱਚ ਵਾਪਸੀ ਹੋਈ ਹੈ। ਤਾਂ ਹਲਕਾ ਘਨੌਰ ਦੇ ਮੌਜੂਦਾ ਵਿਧਾਇਕ ਮਦਨ ਲਾਲ ਜਲਾਲਪੁਰ ਹੋਰਾਂ ਦੀ ਰਿਹਾਇਸ਼ ਤੇ ਪਹੁੰਚੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਹਲਕੇ ਦੀ ਜਿਹੜੀ ਵਿਕਾਸ ਦੀ ਇਬਾਰਤ ਹੈ ਉਹ ਕਿਹੜੇ ਰਾਹਾਂ ਤੇ ਚੱਲ ਕੇ ਲਿਖੀ ਗਈ ਹੈ, ਲੋਕ ਕੀ ਚਾਹੁੰਦੇ ਸੀ ਕਿ ਉਹ ਲੋਕਾਂ ਨੂੰ ਮਿਲਿਆ, ਪਰ ਉਦੋਂ ਪਹਿਲਾਂ ਸਰਕਾਰ ਦਾ ਹੀ ਤਖਤਾ ਪਲਟ ਹੋ ਗਿਆ, ਮੁੱਖ ਮੰਤਰੀ ਹੀ ਬਦਲ ਦਿੱਤਾ ਗਿਆ, ਵਜ਼ਾਰਤ ਅੱਧੀ ਤੋਂ ਵੱਧ ਬਦਲ ਦਿੱਤੀ ਗਈ। ਇਸ ਵੇਲੇ ਸਾਡੇ ਨਾਲ ਮਦਨ ਲਾਲ ਜਲਾਲਪੁਰ ਨੇ। ਜਲਾਲਪੁਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਐਮਐਲਏ ਰਿਪੋर्ट कार्ड 'ਚ ਸਵਾਗਤ ਹੈ। ਮੈਂ ਜੀ ਨਿਊਜ਼ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਹਮੇਸ਼ਾ ਇੱਕ ਪਿੰਡ ਪੱਖੀ ਵਿਕਾਸ ਦੀ ਗੱਲ ਜਾਂ ਕਿਸੇ ਨੇ ਜੋ ਵੀ ਕੰਮ ਕੀਤਾ ਹਰ ਦੀ ਗੱਲ ਉੱਪਰ ਤੱਕ ਪਹੁੰਚਾਉਣ 'ਚ ਉਪਰਾਲਾ ਕੀਤਾ। ਪੰਜਾਬ ਦੀ ਤਰੱਕੀ ਦੇ ਰਾਹ ਦੇ ਜਿਹੜੇ ਰੋੜਾ ਅਟਕਾਉਂਦੇ ਸੀ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਜੀ ਨਿਊਜ਼ ਦਾ ਬਹੁਤ ਵੱਡਾ ਰੋਲ ਆ, ਜਿਹਦੇ ਕਰਕੇ ਅੱਜ ਪੰਜਾਬ ਤਰੱਕੀ ਦੇ ਲਈ ਤੇ ਚੱਲ ਰਿਹਾ। ਇਹ ਜੀ ਨਿਊਜ਼ ਦਾ ਇਹਦੇ ਵਾਸਤੇ ਮੈਂ ਕਹਿੰਦਾ ਬਹੁਤ ਵੱਡਾ ਰੋਲ ਆ। ਮੈਂ ਇਹਨਾਂ ਦਾ ਬਹੁਤ ਆਪਣੇ ਤਹਿ ਦਿਲੋਂ ਧੰਨਵਾਦ ਕਰਦਾ। ਜਲਾਲਪੁਰ ਸਾਹਿਬ, ਸ਼ੁਰੂਆਤ ਕਿੱਥੋਂ ਕਰੀਏ? ਕਿਉਂਕਿ ਜਿਹੜਾ ਪਰਿਵਾਰ ਦਾ ਇੱਕ ਮੁਖੀਆ ਹੁੰਦਾ ਉਹਦੇ ਹੱਥ ਹੁੰਦਾ ਕਿ ਉਹਨੇ ਪਰਿਵਾਰ ਦਾ ਵਾਧਾ ਕਰਨਾ ਹੁੰਦਾ, ਵਿਕਾਸ ਕਰਨਾ ਹੁੰਦਾ, ਉਹਦਾ ਖਿਆਲ ਰੱਖਣਾ ਹੁੰਦਾ। ਤੁਸੀਂ ਹਲਕੇ ਦੇ ਮੁਖੀ ਹੋ, ਹਲਕਾ ਘਨੌਰ ਦੇ, ਤੁਸੀਂ ਹਲਕੇ ਦਾ ਖਿਆਲ ਕਿਸ ਕਦਰ ਰੱਖਿਆ, ਲੋਕਾਂ ਦੀਆਂ ਮੁਸ਼ਕਿਲਾਂ ਕਿਵੇਂ ਦੂਰ ਕੀਤੀਆਂ? ਕਿਉਂਕਿ ਇਸ ਹਲਕੇ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸੀਗੀਆਂ, ਚਾਹੇ ਉਹ ਗੁਆਂਢੀ ਰਾਜ ਹਰਿਆਣੇ ਨਾਲ ਲੱਗਦਾ ਹੋਵੇ, ਦਿਹਾਤੀ ਏਰੀਆ ਵਧੇਰਿਆ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਤੁਸੀਂ ਕਿੱਥੋਂ ਸ਼ੁਰੂਆਤ ਕੀਤੀ ਤੇ ਅੱਜ ਕਿੱਥੇ ਪਹੁੰਚੇ ਹੋ? ਮੈਂ ਘਨੌਰ ਹਲਕੇ ਦੀ ਜੇ ਗੱਲ ਕਰਾਂ, ਘਨੌਰ ਹਲਕਾ ਇੱਕ ਪਿਛੜਾ ਹੋਇਆ ਹਲਕਾ ਇਹਨੂੰ ਕਿਹਾ ਜਾਂਦਾ ਸੀ, ਕਿਉਂ ਇੱਥੇ ਘੱਗਰ ਦਰਿਆ ਜਿਹੜਾ ਵਿੱਚ ਲੰਘਦਾ, ਇੱਕ 25 ਦਰਿਆ ਜਿਹੜਾ ਚੰਡੀਗੜ੍ਹ ਤੋਂ ਆਉਂਦਾ, ਉਹਦਾ ਸਾਰਾ ਪਾਣੀ ਜਦੋਂ ਬਰਸਾਤ ਹੁੰਦੀ ਆ, ਜਦੋਂ ਪਾਣੀ ਆਉਂਦਾ ਫਲੱਡ ਕਰਕੇ ਤੇ ਸਾਰੀਆਂ ਫਸਲਾਂ ਦਾ ਨੁਕਸਾਨ ਹੁੰਦਾ। ਦੂਜੀ ਗੱਲ, ਇੱਥੇ ਨਰਵਾਣਾ ਬ੍ਰਾਂਚ ਪਹਿਲਾਂ ਇੱਥੋਂ ਲੰਘਿਆ ਜਦੋਂ ਭਾਖੜਾ ਮੇਨ ਲਾਈਨ ਬਣੀ ਹੈ, ਇਹਦੇ 'ਚੋਂ ਕੁਛ ਇਲਾਕਿਆਂ ਦਾ ਪਾਣੀ ਮਿਲ ਗਿਆ, ਸਿਰਫ 20-25% ਨੂੰ। ਫਿਰ ਸਾਡੀ SOL ਨਹਿਰ ਬਣੀ ਸੀ, ਜਿਹਦੇ 'ਚੋਂ ਇਹ ਸਾਡੇ 70-75% ਹਲਕੇ ਨੂੰ ਪਾਣੀ ਮਿਲਣਾ ਸੀ। ਉਹ ਨਹਿਰ ਦੀ ਜ਼ਮੀਨ ਵੀ ਖੁਦਾਈ ਕਰ ਲਈ, ਨਹਿਰ ਬਣਾ ਵੀ ਦਿੱਤੀ, ਪਰ ਉਹਦੇ ਨਾ ਚੱਲਣ ਨਾਲ ਸਾਡੇ ਇਲਾਕੇ ਦਾ ਬਹੁਤ ਵੱਡਾ ਲਾਸ ਹੋਇਆ।
इस इलाके 'ਚ ਰਹਿਣ ਵਾਲਾ। ਇਹ ਮੇਰਾ ਪਿੰਡ ਵੀ ਪਹਿਲਾਂ ਘਨੌਰ 'ਚ ਪੈਂਦਾ ਸੀ। ਪੰਜਾਬੀ ਯੂਨੀਵਰਸਿਟੀ, ਅਰਬਨ ਸਟੇਟ, ਸਾਰੇ ਡੀਲਵਾਲ, ਥੇੜੀ, ਸਾਰਾ ਪਿੰਡ ਇਹ ਘਨੌਰ 'ਚ ਪੈਂਦੇ ਸੀ, ਬਹਾਦਰਗੜ੍ਹ। ਮੈਂ ਸੋਚਿਆ ਕਰਦਾ ਸੀ ਵੀ ਇਹ ਇਲਾਕੇ ਨੂੰ ਕਿਵੇਂ ਅੱਗੇ ਵਧਾਇਆ ਜਾ ਸਕਦਾ। ਕੈਪਟਨ ਕਮਲਜੀਤ ਹੋਏ ਸਾਡੇ ਅਕਾਲੀ ਦਲ ਦੇ ਲੀਡਰ ਸੀ। ਇਹਨਾਂ ਦੀ ਮੈਂ ਦੇਖ ਰਿਹਾ ਸੀ ਵੀ ਇਹਨਾਂ ਨੇ ਜਿਹੜਾ ਡੇਰਾਬੱਸੀ ਹਲਕਾ ਬਹੁਤ ਪਿਛੜਿਆ ਹੋਇਆ ਸੀ, ਜਿਵੇਂ ਸਾਡਾ ਘਨੌਰ ਅੱਜ, ਉਹਨਾਂ ਨੇ ਉਸ ਇਲਾਕੇ ਨੂੰ, ਜਦੋਂ ਉਹਦੇ ਕੋਲ ਪਾਵਰ ਆਈ ਆ 85 ਦੇ ਵਿੱਚ, ਮਤਲਬ ਸਰਕਾਰ ਬਣੀ ਅਕਾਲੀ ਦਲ ਦੀ, ਉਦੋਂ ਹੋਮ ਮਿਨਿਸਟਰ ਬਣ ਗਿਆ। ਫਿਰ ਉਹ 97 ਜਾ ਕੇ ਵਿੱਤ ਮੰਤਰੀ ਬਣ ਗਿਆ 2002 ਤੱਕ। ਉਹਨਾਂ ਨੇ ਜੋ ਹਲਕੇ ਦੀ ਉਹਦੀ ਨੁਹਾਰ ਬਦਲੀ ਹੈ ਨਾ, ਜਿੱਥੇ ਕੋਈ ਪੁੱਛਣਾ ਸੀ, ਅੱਜ ਉੱਥੇ 20-20, 25-25 ਕਰੋੜ ਦਾ ਕਿੱਲਾ। ਮੈਂ ਸੋਚਿਆ ਕਿ ਜਿਵੇਂ ਕੈਪਟਨ ਕਮਲਜੀਤ ਨੇ ਇਲਾਕੇ ਨੂੰ ਉੱਪਰ ਚੁੱਕਿਆ, ਮੈਂ ਕਿਉਂ ਨਾ ਚੱਕ ਸਕਾਂ। ਵੀ ਰੱਬ ਜੇ ਮੈਨੂੰ ਕਦੇ MLA ਬਣਾਵੇ, ਮੌਕਾ ਦੇਵੇ, ਤੇ ਮਹਾਰਾਜਾ ਮੁੱਖ ਮੰਤਰੀ ਹੋਵੇ, ਮਹਾਰਾਣੀ ਕੌਰ MP ਹੋਵੇ, ਇਹਨਾਂ ਤੋਂ ਕੰਮ ਕਰਾਉਣਾ ਬੜਾ ਸੌਖਾ ਸੀ। ਕਿ ਜਿਹੜੀ 2002 ਵਾਲੀ ਸਰਕਾਰ ਆ ਨਾ, 2007 ਤੱਕ ਮੈਂ ਉਸ ਸਰਕਾਰ 'ਚ ਵਾਈਸ ਚੇਅਰਮੈਨ ਸੀ, ਜ਼ਿਲ੍ਹਾ ਪ੍ਰੀਸ਼ਦ ਦਾ। ਉਦੋਂ ਇਹਨਾਂ ਦੀ ਜਿਹੜੀ ਸਰਕਾਰ ਸੀ ਨਾ, ਇਹ ਪੋਲੀਟੀਕਲ ਬੰਦੇ ਚਲਾਉਂਦੇ ਸੀ, ਜਿਵੇਂ ਸਰਦਾਰ ਲਾਲ ਸਿੰਘ ਹੋ ਗਏ, ਬੀਬੀ ਰਜਿੰਦਰ ਕੌਰ ਭੱਠਲ ਹੋ ਗਈ, ਪ੍ਰਤਾਪ ਬਾਜਵਾ ਹੋ ਗਿਆ, ਚੌਧਰੀ ਜਗਜੀਤ ਹੋ ਗਿਆ। ਇਹ ਸਾਰੇ ਜਿਹੜੇ ਪੁਰਾਣੇ ਲੀਡਰ ਸੀ ਨਾ, ਸਿਆਣੇ ਸੀ। ਇਹਨਾਂ ਨੇ ਸਰਕਾਰ ਉਦੋਂ ਬਹੁਤ ਵਧੀਆ ਚਲਾਈ। ਉਸ ਟਾਈਮ ਤਰੱਕੀ ਬਹੁਤ ਹੋਈ। ਪਰ ਇੱਥੇ ਰੰਧਾਵਾ ਸਾਹਿਬ ਸਾਡੇ ਕੈਬਨਿਟ ਮੰਤਰੀ ਸੀ, ਉਹਨਾਂ ਨੇ ਆਪਣੀ ਤਰੱਕੀ ਕਰੀ, ਆਪਣੇ ਹਲਕੇ 'ਚ ਨਹੀਂ ਕਿ ਉਹ ਮਲੋਹ ਦਾ ਰਹਿਣ ਵਾਲਾ ਸੀ, ਉਹਨੂੰ ਘਨੌਰ ਨਾਲ ਪਿਆਰ ਨਹੀਂ ਸੀ। ਜਦੋਂ ਮੈਂ ਫਿਰ 2007 ਦੇ ਵਿੱਚ ਇੰਡੀਪੈਂਡੈਂਟ ਲੜਿਆ ਆਜ਼ਾਦ। ਰੰਧਾਵਾ ਤਾਂ ਜਸਜੀਤ ਰੰਧਾਵਾ ਦੀ ਤੁਸੀਂ ਗੱਲ ਕਰ ਰਹੇ ਹੋ। ਜਸਜਿੰਦਰ ਰੰਧਾਵਾ ਤਾਂ ਕਾਂਗਰਸ ਤੋਂ ਆਉਂਦੇ ਸੀਗੇ। ਨਹੀਂ, ਮੈਂ ਉਹਦੇ ਨਾਲ ਸੀ, ਉਹਦੀ ਇਲੈਕਸ਼ਨ ਮੈਂ ਲੜਦਾ ਸੀ ਸਾਰੀ ਕਾਂਗਰਸ 'ਚੋਂ। ਜਦੋਂ ਉਹਨੇ ਕੰਮ ਨਹੀਂ ਕਰੇ, ਮੈਂ ਉਹਦੇ ਪਿੱਛੇ ਹਟ ਗਿਆ। ਮੈਂ ਕਿਹਾ ਤੂੰ ਕੰਮ ਤੂੰ MLA ਤੈਨੂੰ ਘਨੌਰ ਬਣਾਉਂਦਾ, ਕੰਮ ਤੂੰ ਕਰਨਾ ਮਲੋਹ ਵਾਲਿਆਂ ਦੇ। ਉੱਥੋਂ ਥੋੜਾ ਪੰਗਾ ਵਧਿਆ ਤੇ ਮੈਂ ਫਿਰ ਇੰਡੀਪੈਂਡੈਂਟ ਲੜਿਆ ਤੇ ਮੁਕਾਬਲੇ, ਉਹ ਹਾਰ ਗਿਆ ਤੇ ਮੈਂ ਜਿੱਤ ਗਿਆ। ਸਾਡੀ ਸਰਕਾਰ ਨਹੀਂ ਬਣੀ ਕਾਂਗਰਸ ਦੀ, ਅਕਾਲੀ ਦਲ ਦੀ ਬਣ ਗਈ। 5 ਸਾਲ ਸਾਡੇ ਉਹ ਲੰਘ ਗਏ, ਫਿਰ 5 ਸਾਲ ਮੈਂ ਹਾਰ ਗਿਆ। ਤੁਸੀਂ ਕੈਪਟਨ ਕਵਲਜੀਤ ਹੋਰਾਂ ਦੀ ਉਦਾਹਰਣ ਦੇ ਕੇ ਸੋਚਿਆ ਕਿ ਮੈਂ ਉਸ ਲੀਹ ਦੇ ਉੱਤੇ ਚੱਲ ਸਕਾਂ। 2 ਵਾਰਾਂ ਲੋਕਾਂ ਨੇ MLA ਬਣਾਤਾ। MLA ਬਣਨ ਤੋਂ ਬਾਅਦ ਉਹ ਸੁਪਨਾ ਕਿੱਥੋਂ ਤੱਕ ਪੂਰਾ ਹੋਇਆ? ਦੇਖੋ, ਜਿਹੜਾ 7 ਆਜ਼ਾਦ ਲੜਿਆ ਉਦੋਂ ਮੈਂ ਕੁਛ ਨਹੀਂ ਕਰ ਸਕਿਆ। ਸਿਰਫ 1.5 ਸਾਲ ਸਰਕਾਰ 'ਚ ਰਿਹਾ ਸੀ। ਮੈਂ ਇੱਕ ਓਵਰਬ੍ਰਿਜ ਬਣਾਇਆ ਸੀ ਸੰਭੂ ਵਾਲਾ, ਇੱਕ ਬਣਾਇਆ ਸੀ ਕਾਲਜ ਘਨੌਰ। ਉਸ ਤੋਂ ਬਾਅਦ ਮੈਂ ਲੋਕ ਸਭਾ ਇਲੈਕਸ਼ਨ ਆਈ, ਮੈਂ ਕਾਂਗਰਸ 'ਚ ਸੀ, ਕਾਂਗਰਸ 'ਚ ਆਉਣਾ ਸੀ ਮੈਂ, ਨਹੀਂ ਉਸ ਤੋਂ ਬਾਅਦ ਕੰਮ ਹੋਏ। ਫਿਰ ਮੈਂ ਜਦੋਂ ਹੁਣ 2017 ਜਿੱਤਿਆ, ਮੈਂ ਪਹਿਲੇ ਦਿਨ ਤੋਂ ਹੀ ਉਸ ਲੀਹ ਤੇ ਚੱਲ ਪਿਆ। ਪਹਿਲਾਂ ਮੈਂ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਤਿਆਰ ਕਰਿਆ 350 ਕਰੋੜ ਦਾ। ਸਾਰੀਆਂ ਰੋਡਾਂ, ਘੱਟੋ ਘੱਟ 100 ਕਰੋੜ ਦੇ ਸੜਕਾਂ ਤੇ ਪੁਲਾਂ ਦਾ ਪ੍ਰੋਜੈਕਟ ਤਿਆਰ ਕਰਿਆ। ਨਵਾਂ ਬਲਾਕ ਬਣਾਇਆ। ਜਿੰਨੇ ਵੀ ਪਿੰਡਾਂ ਦੇ ਕੰਮ ਸੀ, ਚਾਹੇ ਪੁਰਾਣੀਆਂ ਸੜਕਾਂ ਦੀ ਰਿਪੇਅਰ, ਚਾਹੇ ਨਵੀਆਂ ਸੜਕਾਂ ਦੀ ਰਿਪੇਅਰ, ਚਾਹੇ ITA ਦਾ ਮੁੱਦਾ ਸੀ ਸਾਡੇ ਘਨੌਰ, ਚਾਹੇ ਸਾਡੇ ਹਸਪੀਟਲ ਦਾ ਸੀ, ਇੱਕ ਮੁੱਦਾ, ਇੱਕ ਚੀਜ਼ ਮੈਂ ਆਪਣੇ ਦਿਮਾਗ 'ਚ ਭਰੀ ਹੋਈ ਸੀ। ਮੈਂ ਜਦੋਂ ਮੈਨੂੰ ਮੌਕਾ ਮਿਲੂਗਾ, ਕਿ ਮੈਂ ਠੇਕੇਦਾਰੀ ਕਰਦਾ ਰਿਹਾ, ਮੈਨੂੰ ਸਿਸਟਮ ਦਾ ਪਤਾ ਸੀ, ਪਤਾ ਸੀ ਕੰਮ ਕਿੱਥੋਂ ਹੋਣਾ, ਕਿਵੇਂ ਹੋਣਾ, ਕਿਸ ਢੰਗ ਨਾਲ ਹੋਣਾ, ਕਿਵੇਂ ਪ੍ਰੋਜੈਕਟ ਤਿਆਰ ਕਰਨੇ ਆ। ਉਹਦਾ ਮੈਨੂੰ ਬਹੁਤ ਲਾਭ ਮਿਲਿਆ। ਤੁਸੀਂ ਦੇਖ ਲਓ, ਮੈਂ ਆਪਣੇ ਹਲਕੇ 'ਚ 350 ਕਰੋੜ ਦਾ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਲਿਆ। 200 ਕਰੋੜ ਦਾ ਮੈਂ 225 ਕਰੋੜ ਕਿਸਾਨਾਂ ਨੂੰ ਫ੍ਰੀ ਦਵਾਤਾ। ਕਿਉਂ? ਚਾਹੇ ਇੱਕ ਸਾਡੇ ਜ਼ਮੀਨ ਰਿਕੁਆਇਰ ਹੋਈ ਸੀ 1104 ਏਕੜ, 100 ਕਰੋੜ ਤਾਂ 9 ਲੱਖ ਰੁਪਏ ਪਰ ਏਕੜ ਕਿਸਾਨਾਂ ਨੂੰ ਮੈਂ ਦਵਾਇਆ, ਜਿਹੜੇ ਪੰਚਾਇਤੀ ਜ਼ਮੀਨ ਨੂੰ ਬੰਨ੍ਹਦੇ ਸੀ। 50 ਕਰੋੜ ਇਸ ਇਲਾਕੇ ਨੂੰ ਖਰਾਬਾ ਦਵਾਇਆ, ਜਿਹੜੇ ਕਿਸਾਨਾਂ ਦੀ ਮਾਰ ਪੈਂਦੀ ਸੀ, ਪਾਣੀ ਦੀ, ਫਸਲਾਂ ਖਰਾਬ ਹੁੰਦੀਆਂ ਸੀ, ਪਹਿਲਾਂ ਮਿਲਦੇ ਨਹੀਂ ਸੀ। 50 ਕਰੋੜ ਬਹੁਤ ਵੱਡੀ ਅਮਾਊਂਟ ਸੀ, ਜਿਹਨਾਂ ਹਲਕੇ 'ਚ ਕਿਸਾਨਾਂ ਨੂੰ ਸਾਹ ਆ ਗਿਆ। 75 ਕਰੋੜ ਦਾ ਕਰਜ਼ਾ ਮਾਫ ਹੋਇਆ, ਬੇਜ਼ਮੀਨਾਂ ਦਾ ਕਰਜ਼ਾ ਮਾਫ ਹੋਇਆ। ਮੇਰੇ ਕਹਿਣ ਦਾ ਭਾਵ, ਜੋ ਨਹਿਰਾਂ ਬਣਨ ਵਾਲੀਆਂ ਸੀ, ਸੂਏ ਬਣਨ ਵਾਲੇ ਸੀ, ਜਿਹੜੇ ਛੱਪੜ ਸੀ ਪਿੰਡਾਂ ਦੇ, ਜਿਹੜੇ ਨਰਕ ਦੀ ਜ਼ਿੰਦਗੀ ਲੋਕ ਭੋਗ ਰਹੇ ਸੀ, 10-10 ਕਿਲੋਮੀਟਰ ਪੈਪ ਲਾਈਨਾਂ ਦੱਬ ਕੇ ਪਾਣੀ ਦੀ ਨਿਕਾਸੀ ਕਰਾਈ। ਕਰੋੜ ਰੁਪਇਆ, ਸਵਾ ਕਰੋੜ ਰੁਪਇਆ ਪਾਣੀ ਦੀ ਨਿਕਾਸੀ ਦੇ ਲਾਦਾ ਪਿੰਡਾਂ 'ਚ। ਕਹਿਣ ਤੋਂ ਭਾਵ ਕੁੱਲ ਮਿਲਾ ਕੇ ਹਲਕੇ ਦੇ ਬਾਰੇ ਨੇਰੇ ਕਰਤੇ। ਮਾਰੇ ਨੇਰੇ ਕੀ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ, ਜੇ ਕੁਆਰਕ ਸਿਟੀ ਤੋਂ ਇੰਡਸਟਰੀ ਪਾਰਕ ਹਟਾਏ, ਤੇ ITA ਪਾਰਕ ਜਿਹੜਾ ਕਲਕੱਤਾ ਕੋਰੀਡੋਰ ਅੰਮ੍ਰਿਤਸਰ ਬਣਨਾ ਸੀ, ਉਹਦੇ 'ਚ ਮੈਂ 1104 ਏਕੜ ਜ਼ਮੀਨ ਲੈ ਕੇ ਉਹ ਇੰਡਸਟਰੀ ਪਾਰਕ ਕਰਾਇਆ। ਡਰਾਈ ਪੋਰਟ ਇੱਥੇ ਆ ਰਿਹਾ। ਅੱਜ ਸਾਡੇ ਵੇਅਰ ਹਾਊਸ ਦੇ ਕਿੰਨੇ ਗਡਾਊਨ ਬਣ ਰਹੇ ਆ, ਜਿਹੜੇ ਤੇਪਲਾ ਰੋਡ ਨੂੰ ਕੋਈ ਪੁੱਛਦਾ ਨਹੀਂ ਸੀ, ਅੱਜ 70-75 ਕਰੋੜ ਦਾ ਕਿੱਲਾ। ਇੰਡਸਟਰੀ ਇੰਨੀ ਕਰ ਰਹੀ ਹੈ ਮੇਰੇ ਹਲਕੇ 'ਚ ਵੀ ਇੱਥੇ ਆਉਣ ਵਾਲੇ ਸਮੇਂ 'ਚ ਹੁਣ ਵੀ ਬੜਾ ਵੱਡਾ ਰੁਜ਼ਗਾਰ ਮਿਲਿਆ। 10-12 ਹਜ਼ਾਰ ਬੰਦੇ ਦਾ ਹੁਣ ਤੱਕ ਰੁਜ਼ਗਾਰ ਮਿਲ ਚੁੱਕਿਆ। ਕੁਆਰਕ ਸਿਟੀ ਜਿਹੜੀ ਬਣ ਰਹੀ ਆ, ਇਹਦੇ 'ਚ ਘੱਟੋ ਘੱਟ 25-30 ਹਜ਼ਾਰ ਬੰਦੇ ਨੂੰ ਰੁਜ਼ਗਾਰ ਮਿਲੂਗਾ। ਕਹਿਣ ਦਾ ਭਾਵ, ਜਿਹੜਾ ਘਨੌਰ ਹਲਕਾ ਇੱਕ ਪਛੜਿਆ ਸੀ ਨਾ, ਉਹ ਪਹਿਲੇ ਲੀਹਾਂ ਤੇ ਜਾਣ ਵਾਸਤੇ ਅੱਜ ਪੂਰੀ ਤਿਆਰੀ ਹੋ ਚੁੱਕੀ ਹੈ। ਸਾਰੇ ਪ੍ਰੋਜੈਕਟ ਜੋ ਚਾਹੀਦੇ ਸੀ ਅੱਗੇ ਵਧਣ ਵਾਸਤੇ, ਅੱਜ ਸਾਰਿਆਂ ਦਾ ਪੈਸਾ ਰਿਲੀਜ਼ ਕਰਾ ਕੇ
महकमे जे ਜ਼ਮੀਨ ਖਰੀਦ ਲਈ ਜਾਂ ਸਾਰੇ ਡਿਪਾਰਟਮੈਂਟ ਦੇ ਪੈਸੇ ਜਮ੍ਹਾਂ ਕਰਾਤੇ, ਸੜਕਾਂ ਦੇ ਪੈਸੇ ਜਮ੍ਹਾਂ ਕਰਾਤੇ, ਕੋਈ ਪੈਸੇ ਇਹ ਨਹੀਂ ਵੀ ਆਣਗੇ ਤੇ ਕੰਮ ਹੋਊਗਾ। ਐਡਵਾਂਸ ਪੈਸੇ ਲੈ ਕੇ ਸਾਰੇ ਕੰਮ ਸ਼ੁਰੂ ਕਰਾਏ ਆ। ਅਜੇ ਨੀਂਹ ਪੱਥਰ ਉਦਘਾਟਨ ਕਿਸੇ ਕੰਮ ਦਾ ਨਹੀਂ ਕੀਤਾ। ਮੈਂ ਕਿਹਾ ਜਦੋਂ ਤੱਕ ਪੂਰਾ ਹਲਕਾ ਮੇਰਾ ਵਧੀਆ ਨਹੀਂ ਬਣਦਾ, ਸਭ ਤੋਂ ਵਧੀਆ ਹਲਕਾ ਘਨੌਰ ਦਾ ਪਹਿਲੀ ਐਂਟਰੀ ਆ। ਜਦੋਂ ਅਸੀਂ ਦਿੱਲੀ ਹਾਈਵੇ ਤੇ ਨਿਕਲਦੇ ਆ, ਅੰਬਾਲਾ ਪਾਰ ਕਰਦੇ ਆ, ਕ੍ਰੋਸਿੰਗ ਕਰਦੇ ਆ, ਪਹਿਲਾ ਹਲਕਾ ਘਨੌਰ ਹੁੰਦਾ। ਮੈਂ ਚਾਹੁੰਦਾ 1 ਨੰਬਰ ਦਾ ਹਲਕਾ ਮੈਂ ਘਨੌਰ ਬਣਾਵਾਂ, ਜਿਵੇਂ ਡੇਰਾਬੱਸੀ ਬਨੋੜ ਬਣਿਆ ਸੀ। ਤੇ ਅੱਜ ਮੈਂ ਉਹ ਲੀਹਾਂ ਤੇ ਚੱਲਦਾ ਹੋਇਆ ਅੱਜ ਮੈਂ ਕਹਿ ਸਕਦਾ ਪੁੱਛਣਾ ਕਿੱਥੇ ਤੱਕ ਪਹੁੰਚੇ ਹੋ। ਮੈਂ ਅੱਜ 75% ਉਹ ਕੰਮ ਕੰਪਲੀਟ ਕਰ ਚੁੱਕਿਆ ਜਿਹੜੇ ਮੈਨੂੰ ਲੋੜੀਂਦੇ ਕੰਮ ਸੀ, ਜਿਹੜੇ ਅੱਗਾਂ ਵਧਣ ਵਾਸਤੇ ਸਾਨੂੰ ਕੰਮਾਂ ਦੀ ਲੋੜ ਸੀ। ਜਦੋਂ 75% ਉਹ ਸਮਾਂ ਯਾਦ ਹੈ ਜਦੋਂ 8-10 ਤੁਸੀਂ ਵਿਧਾਇਕ ਇਕੱਠੇ ਹੋਏ ਸੀਗੇ, ਆਵਾਜ਼ ਇਹ ਨਿਕਲੀ ਸੀਗੀ ਕਿ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ। ਹਾਲਾਂਕਿ ਜਦੋਂ ਗੱਲ ਜ਼ਮੀਨੀ ਪੱਧਰ ਤੇ ਗਈ ਕਿ ਅਫਸਰਸ਼ਾਹੀ ਦੇ ਖਿਲਾਫ ਮੋਰਚਾ ਸੀ, ਪਰ ਜਦੋਂ ਉਸ ਸਮੇਂ ਅਫਸਰਸ਼ਾਹੀ ਦੀ ਗੱਲ ਸੁਣੀ ਗਈ, ਅਫਸਰਾਂ ਦਾ ਕਹਿਣਾ ਸੀਗਾ ਕਿ ਅਸੀਂ ਪੋਲੀਟੀਕਲ ਲੋਕਾਂ ਦੇ ਵਾਂਗੂ ਨਹੀਂ, ਅਸੀਂ ਉਹਨਾਂ ਵਾਂਗੂ ਇਲੈਕਟਡ ਹੋ ਕੇ ਨਹੀਂ ਆਉਂਦੇ, ਅਸੀਂ ਆਪਣੀ ਕਾਬਲੀਅਤ ਤੇ ਆਉਂਦੇ ਹਾਂ, ਅਸੀਂ ਇਹਨਾਂ ਦੇ ਕਹੇ ਤੇ ਨਹੀਂ ਚੱਲਣਾ ਕਿਉਂਕਿ ਇਹ ਸਾਨੂੰ ਕਰਪਸ਼ਨ ਕਰਨ ਦੇ ਲਈ ਮਜਬੂਰ ਕਰਦੇ ਨੇ। ਦੇਖੋ, ਕਦੇ ਵੀ ਜਿਹੜੇ ਐਮਐਲਏ ਲੋਕਾਂ ਦੇ ਨੁਮਾਇੰਦੇ ਹੁੰਦੇ ਆ ਉਹ ਕਰਪਸ਼ਨ ਤੋਂ ਡਰਨਗੇ ਕਿ ਉਹਨਾਂ ਨੇ ਲੋਕਾਂ ਨੂੰ ਜਵਾਬ ਦੇਣਾ। ਅਫਸਰਾਂ ਕਿਹਨੂੰ ਜਵਾਬ ਦੇਣਾ? ਜਿੰਨੀ ਲੁੱਟ ਖਸੁੱਟ 4.5 ਸਾਲ ਚ ਅਫਸਰਾਂ ਨੇ ਕਰੀ ਆ। ਮੈਂ ਕਹਿੰਦਾ ਜੇ ਪੋਲੀਟੀਕਲ ਬੰਦੇ 10 ਪੈਸੇ ਹੋਣੇ, 90% ਇਹਨਾਂ ਨੇ ਲੁੱਟ ਖਸੁੱਟ ਕਰੀ ਆ। ਜਿਹੜੇ 80 ਲੋਕ ਸੀ, ਅਸੀਂ ਕਿਉਂ ਇਹਨਾਂ ਤੋਂ ਅਲੱਗ ਹੋਏ? ਸਿਰਫ ਕਰਪਸ਼ਨ ਕਰਕੇ ਵੀ ਲੁੱਟ ਰਹੇ ਨੇ ਅਫਸਰ। ਕੈਪਟਨ ਨੇ ਸੁਣੀ ਨਹੀਂ ਸਾਡੀ। ਉਹਨਾਂ ਦੇ ਪਿੱਛੇ ਕੀ ਰਾਜ ਸੀ ਇਹ ਸਾਨੂੰ ਨਹੀਂ ਪਤਾ। ਵੀ ਏਡਾ ਵਧੀਆ ਬੰਦਾ ਕਿਸ ਦੇ ਧੱਕੇ ਚੜ ਗਿਆ, ਉਹ ਕਿਹਦੀ ਕੰਮਾਂ ਕਿੰਨੇ ਉਹਨੂੰ ਗੁੰਮਰਾਹ ਕਰ ਲਿਆ। ਵੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਕਿਉਂ ਨਹੀਂ ਸੁਣੀ? ਵੀ ਅਫਸਰਾਂ ਨੇ ਜੋ ਕਰਨਾ ਉਹ ਸੱਚ। ਇੱਕ ਸਾਡੀ ਰਿਪੋਰਟ ਕਾਰਡ ਇੱਕ ਐਮਐਲਏ ਦੀ, ਕੌਣ ਦਿੰਦਾ ਸੀ? ਐਸਐਸਪੀ। ਜਦੋਂ ਤੁਸੀਂ ਐਸਐਸਪੀ ਰਿਪੋਰਟ ਕਾਰਡ ਤਾਂ ਦੇਣੀ ਐਮਐਲਏ ਵਜ਼ੀਰਾਂ ਨੇ, ਉਹ ਸਾਡੀਆਂ ਰਿਪੋਰਟ ਕਾਰਡ ਦਿੰਦੇ। ਜਦੋਂ ਇਹ ਕੰਮ ਹੋ ਜੇ ਫਿਰ ਦੱਸੋ ਵੀ ਪੋਲੀਟੀਕਲ ਰਾਜ ਹੋਇਆ ਕਿ ਅਫਸਰਾਂ ਦਾ ਰਾਜ ਹੋਇਆ? ਜੇ ਅਸੀਂ ਲੁੱਟਦੇ ਸੀ, ਜਿੰਨਾ ਅਸੀਂ ਲੜਾਈ ਲੜੀ ਆ, ਫਿਰ ਤਾਂ ਅਸੀਂ ਕਦੋਂ ਦੇ ਅੰਦਰ ਹੁੰਦੇ? ਕਦੋਂ ਦੇ ਅੰਦਰ ਕਰ ਦੇਣਾ ਸੀ ਇਹਨਾਂ ਨੇ ਸਾਨੂੰ। ਅੰਦਰ ਕਿਉਂ ਨਹੀਂ? ਜੇ ਇਹਨਾਂ ਕੋਲ ਤਾਂ ਸਾਰੀ ਪਾਵਰ ਸੀ। ਵਿਜੀਲੈਂਸ ਮੇਰੇ ਹਲਕੇ 'ਚ ਕੀ ਨਹੀਂ ਕੀਤਾ ਇਹਨਾਂ ਨੇ? ਸ਼ਰਾਬ ਦੀ ਫੈਕਟਰੀ ਲਾਈ ਮੈਨੂੰ ਅੰਦਰ ਕਰਨ ਵਾਸਤੇ। ਇਹਨਾਂ ਨੇ ਹਰ ਪਾਪੜ ਵਿਜੀਲੈਂਸ ਨੂੰ ਮੇਰੇ ਹਲਕੇ। ਸ਼ਰਾਬ ਦੀ ਫੈਕਟਰੀ ਕਿਹਨੇ ਲਾਈ? ਇਹਨੇ ਅਫਸਰਾਂ ਨੇ ਲਾਈ, ਐਕਸਾਈਜ਼ ਤੇ ਪੁਲਿਸ ਨੇ ਰਲ ਕੇ, ਭਾਰਤ ਚਹਿਲ ਨੇ ਰਲ ਕੇ ਲਾਈ ਹੈ। ਰੁੱਸਾ ਮੈਡਮ ਨੇ ਲਵਾਈ ਸਾਰਿਆਂ ਤੋਂ। ਰੁੱਸਾ ਮੈਡਮ ਕੋਲ ਕਮਾਂਡ ਸੀ ਸੀਐਮ ਦੀ। ਨਾਮ ਤੁਹਾਡਾ ਲੱਗਦਾ ਹੈ ਕਿ ਸ਼ਰਾਬ ਦੀ ਫੈਕਟਰੀ ਤੁਹਾਡੀ ਹੈ, ਇਲੀਗਲ ਸ਼ਰਾਬ ਬਣਦੀ ਹੈ। ਜਿਹੜੇ ਲੋਕ ਉਹ ਮਾਝੇ ਦੇ ਵਿੱਚ ਮਰੇ ਸੀਗੇ, ਉਹ ਦੱਸਿਆ ਜਾਂਦਾ ਹੈ ਕਿ ਇੱਥੋਂ ਤੱਕ ਦਾ ਉਹਦਾ ਸੇਕ ਸੀਗਾ। ਮੇਰੀ ਗੱਲ ਸੁਣੋ, ਜੇ ਮਦਨ ਦੀ ਫੈਕਟਰੀ ਹੁੰਦੀ, ਮਦਨ 24 ਘੰਟੇ ਝੰਡਾ ਇਹਨੇ ਖਿਲਾਫ ਚੁੱਕੇ ਰਹਿੰਦਾ ਸੀ। ਮੈਂ ਤਾਂ ਉਹਨੂੰ ਕਦਾਂ ਜੇਲ੍ਹਾਂ ਵਿੱਚ ਹੁੰਦਾ। ਇਹਨੇ ਤਾਂ ਬਹੁਤ ਕੋਸ਼ਿਸ਼ ਕਰੀ ਮੈਨੂੰ ਅੰਦਰ ਭੇਜਣ ਦੀ, ਵੀ ਇਹਦੀ ਬੋਲਤੀ ਬੰਦ ਕਰੀਏ। ਮੈਂ ਸਿਰਫ ਇਹ ਕਹਿੰਦਾ ਵੀ 100 ਟਰੱਕ 20 ਫੈਕਟਰੀਆਂ ਸ਼ਰਾਬ ਦੀਆਂ, ਜੇ 2000 ਟਰੱਕ ਰੋਜ਼ ਚੋਰੀ ਹੋਊਗਾ, ਜਿਹਦੀ ਡਿਊਟੀ 2400 ਕਰੋੜ ਰੁਪਏ ਬਣਦੀ ਆ, ਕਿਵੇਂ ਸਰਕਾਰ ਚੱਲੂਗੀ? ਦੇ ਦੋਸ਼ ਮਾਈਨਿੰਗ ਦਾ ਲੱਗਦਾ ਹੈ ਕਿ ਮਾਈਨਿੰਗ ਬਹੁਤ ਖੁੱਲ੍ਹ ਕੇ ਕੀਤੀ ਹੈ, ਗੈਰ ਕਾਨੂੰਨੀ ਮਾਈਨਿੰਗ ਕੀਤੀ ਹੈ। ਮਾਈਨਿੰਗ ਤਾਂ ਚਲੋ ਲੀਗਲ ਹੈ ਕਿ ਇੱਕ ਹੱਦ ਤੱਕ ਤੁਸੀਂ ਕਰ ਸਕਦੇ ਹੋ। ਕਹਿੰਦੇ ਘੱਗਰ ਖਾਲੀ ਉਹ ਕਰਤਾ, ਰੇਤੇ ਦੇ ਚੱਕਰ ਦੇ ਵਿੱਚ ਆਸੇ-ਪਾਸੇ ਦੇ ਲੋਕਾਂ ਦਾ ਜਮੀ ਖਿਆਲ ਨਹੀਂ ਰੱਖਿਆ ਗਿਆ ਆਪਣਾ ਘਰ ਭਰਨ ਵਾਸਤੇ। ਸਭ ਤੋਂ ਵੱਡਾ ਝੂਠ ਤਾਂ ਇਹੀ ਹੈ। ਮੈਂ ਕਹਿੰਦਾ ਪੰਜਾਬ ਦੀ ਸਾਰੀ ਪ੍ਰੈਸ ਇਕੱਠੀ ਕਰ ਲਓ, ਮੇਰੇ ਹਲਕੇ 'ਚ ਇੱਕ ਖੱਡ ਰੇਤੇ ਕੀ ਦੱਸ ਦਿਓ, ਇੱਕ ਖੱਡ ਸਿੰਗਲ। ਇੱਥੋਂ ਹੀ ਸਭ, ਚਲੋ ਸ਼ਰਾਬ ਦੀ ਫੈਕਟਰੀ ਲੱਗੀ ਸਾਰਿਆਂ ਨੇ ਦੇਖ ਲਈ, ਖੱਡਾਂ ਤਾਂ ਜੀ ਉੱਥੇ ਖੜੀਆਂ ਨੇ। ਵੀ ਜੇ 5 ਸਾਲ 'ਚ 1 ਕਿਲੋ ਵੀ ਰੇਤਾ ਮੇਰੇ ਹਲਕੇ 'ਚ, ਇੱਕ ਟਰਾਲੀ ਵੀ ਰੇਤੇ ਦੀ ਕੱਢੀ ਹੋਵੇ ਕਿਸੇ ਨੇ, ਰੇਤਾ ਹੈ ਹੀ ਨਹੀਂ, ਕੱਢਾਂ ਕਿੱਥੋਂ? ਚਾਹੇ ਕੁਝ ਵੀ ਹੋ ਸਕਦਾ ਕਿਉਂਕਿ ਤੁਹਾਡੀ ਪਾਰਟੀ ਦਾ ਨਾਰਾ ਸੀਗਾ ਇਹ 2016 ਦੇ ਵਿੱਚ, ਜਦੋਂ ਚੋਣ ਪ੍ਰਚਾਰ ਹੋ ਰਹੇ ਸੀਗੇ, ਜਦੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ, ਭਰਮਾਇਆ ਜਾ ਰਿਹਾ ਸੀਗਾ, ਉਹਨਾਂ ਨੂੰ ਲੋਲੀਪੌਪ ਦਿੱਤੇ ਜਾ ਰਹੇ ਸੀਗੇ ਕਿ ਨਸ਼ਾ ਖਤਮ ਹੋ ਜਾਊਗਾ, ਰੋਜ਼ਗਾਰ ਦਿੱਤਾ ਜਾਊਗਾ, ਤੁਹਾਨੂੰ ਘਰ ਘਰ ਦੇ ਵਿੱਚ ਨੌਕਰੀ ਮਿਲੂਗੀ। ਵੀ ਉਹ ਕਿੱਥੇ ਤੱਕ ਕਿਤੇ ਹੱਦ ਤੱਕ ਟੀਚਾ ਪਹੁੰਚੇ ਕਿ ਨਹੀਂ ਪਹੁੰਚੇ? ਦੇਖੋ, ਮੈਂ ਨੌਕਰੀ ਤਾਂ ਨਹੀਂ ਮੈਂ ਕਹਿ ਸਕਦਾ ਤੁਹਾਨੂੰ। ਮੈਂ ਨਸ਼ੇ ਦੀ ਗੱਲ ਜਿਹੜੀ ਕਰਾਂ, ਮੇਰੇ ਹਲਕੇ ਤੁਸੀਂ ਚੱਲੋ, ਇੱਕ ਬੋਤਲ ਕਿਤੇ ਸ਼ਰਾਬ ਦੀ 2 ਨੰਬਰੀ ਵਿਕੀ ਦਿਖਾ ਦਿਓ। ਉਦੋਂ ਤੱਕ ਵਿਕਿਆ ਜਦੋਂ ਮਨਦੀਪ ਸਿੰਘ ਸਿੱਧੂ ਇੱਥੇ ਐਸਐਸਪੀ ਰਿਹਾ। ਉਸ ਤੋਂ ਬਾਅਦ ਇੱਥੇ ਦੁੱਗਲ ਸਾਹਿਬ ਆ ਗਏ। ਜਦੋਂ ਦੁੱਗਲ ਆਇਆ, ਆਉਣ ਸਾਰ ਪਹਿਲਾਂ ਮੈਂ ਘਨੌਰ ਦੀ ਸਾਰੀ ਸ਼ਰਾਬ ਤੇ ਇਹ ਨਸ਼ੇ ਬੰਦ ਕਰਾਏ। ਤੁਸੀਂ ਇਹ ਦੇਖ ਲਓ, ਅੱਜ ਇੱਕ ਬੋਤਲ ਮੇਰੇ ਘਨੌਰ ਦੀ ਸ਼ਰਾਬ ਮੈਨੂੰ ਸੇਲ ਕਰਕੇ ਦਿਖਾ ਦਿਓ। ਕੋਈ ਨਸ਼ਾ, ਕੋਈ ਫੀਮ, ਭੁੱਕੀ, ਚਿੱਟੇ ਦਾ ਨਾਂ ਨਿਸ਼ਾਨ ਨਹੀਂ ਖਤਮ ਹੈ। ਮੈਂ ਪੰਜਾਬ ਦੀ ਗੱਲ ਨਹੀਂ ਕਰਦਾ, ਮੈਂ ਆਪਣੇ ਹਲਕੇ ਦੀ ਗੱਲ ਕਰਾਂ। ਤੁਸੀਂ ਮੈਨੂੰ ਇੱਕ ਪੂੜੀ ਨਸ਼ੇ ਦੀ ਲੈ ਕੇ ਦਿਖਾ ਦਿਓ, ਮੈਂ ਅੱਜ ਹੀ ਰਿਜ਼ਾਈਨ ਕਰ ਦੂੰਗਾ ਜੇ ਘਨੌਰ 'ਚ ਤੁਹਾਨੂੰ ਨਸ਼ਾ ਮਿਲ ਜੇ। ਮੇਰਾ ਕਹਿਣ ਦਾ ਮਤਲਬ ਸਿਰਫ ਅਪੋਜੀਸ਼ਨ ਸਾਡੀ ਲਾਉਂਦੀ ਹੈ ਕੋਈ ਨਸ਼ਾ ਨਹੀਂ ਬੰਦ ਹੋਇਆ ਜੀ। ਜਿਹੜੇ ਘਰ ਘਰ ਨੌਕਰੀ ਵਾਲਾ,
ਇਹ ਜਿਹੜੇ ਇੰਡਸਟਰੀ ਲਵਾ ਰਹੇ ਆ, ਮੈਂ ਜਿਹੜੀ ਇੰਡਸਟਰੀ ਆਪਣੇ ਹਲਕੇ 'ਚ ਲੈ ਕੇ ਆਇਆ 10-15 ਹਜ਼ਾਰ ਨੂੰ ਤਾਂ ਰੁਜ਼ਗਾਰ ਮਿਲ ਗਿਆ, ਜਿਵੇਂ ਸਟੋਰਾਂ 'ਤੇ ਕੰਮ ਕਰ ਰਹੇ ਆ। ਪਰ ਜਿਹੜੀ ਇਹ ਫੈਕਟਰੀਆਂ ਆ ਰਹੀਆਂ ਨਾ, ਇੰਡਸਟਰੀ ਆ ਰਹੀ ਹੈ ਸਾਰੀ ਬਾਹਰਲੀ ਆ, ਜਾਪਾਨ ਦੀ, ਦੁਬਈ ਦੀ ਆ, ਇਹ ਸਰਕਾਰੀ ਨੌਕਰੀਆਂ ਦੇ ਬਰਾਬਰ ਦੀ ਤਨਖਾਹ ਦੇਣਗੇ। ਜਿੱਦਣ ਇਹ ਸਾਰਾ ਸਿਸਟਮ ਚੱਲ ਗਿਆ 1.25 ਲੱਖ ਬੰਦੇ ਦਾ ਰੁਜ਼ਗਾਰ ਘਨੌਰ 'ਚ ਪੈਦਾ ਹੋ ਰਿਹਾ, ਜਿਹੜਾ 3-4 ਸਾਲ 'ਚ ਲੋਕਾਂ ਨੂੰ ਮਿਲ ਜਾਣਾ। 2022 ਦੀ ਚੋਣ ਤਾਂ ਤੁਸੀਂ ਲੜੋਗੇ? ਦੇਖੋ, ਜੇ ਟਿਕਟ ਮਿਲੂਗੀ, ਹਾਈ ਕਮਾਂਡ ਦਾ ਫੈਸਲਾ ਕਿਹਨੂੰ ਟਿਕਟ ਦਿੰਦੀ ਹੈ ਕਿਹਨੂੰ ਨਹੀਂ ਦਿੰਦੀ। ਸਾਡੀ ਕਾਂਗਰਸ ਪਾਰਟੀ, ਜੇ ਮੰਨ ਲਓ ਤੁਹਾਨੂੰ ਟਿਕਟ ਮਿਲਦੀ ਹੈ, ਤੁਸੀਂ ਚੋਣ ਲੜਦੇ ਵੀ ਹੋ, ਲੋਕ ਤੁਹਾਡੇ ਤੇ ਦੁਬਾਰਾ ਵਿਸ਼ਵਾਸ ਕਿਉਂ ਜਤਾਉਣ? ਕਿਉਂ? ਮੈਂ ਕੰਮ ਕੀਤਾ ਲੋਕਾਂ ਦਾ। ਮੇਰੇ ਕੋਲ ਬਹਿ ਜਾਓ ਸਵੇਰੇ, ਕਿੰਨਾ ਮੇਲਾ ਲੱਗਦਾ, 500-400 ਬੰਦਾ ਮੈਨੂੰ ਰੋਜ਼ ਮਿਲਦਾ। ਪਿੰਡਾਂ ਦੀ ਨੁਹਾਰ ਬਦਲਤੀ, ਜਿਹੜਾ ਵੀ ਕੋਈ ਕੰਮ ਲੈ ਕੇ ਆਇਆ ਉਹ ਕੰਮ ਅਧੂਰਾ ਨਹੀਂ ਰਿਹਾ, ਕਰਕੇ ਦਿਖਾਇਆ। ਗੱਲਾਂ ਚੱਲਣੀ ਸਾਰੇ, ਕਿਉਂ ਨਹੀਂ ਕਰਨਗੇ ਤਵਾਰ? ਅੱਜ ਜਾ ਕੇ ਫਸਲਾਂ ਦੇਖ ਲਓ ਕਿਵੇਂ ਤੜ ਵਿਕ ਰਹੀਆਂ। ਸਰਕਾਰ ਕਾ ਤੋਂ ਬਦਲਣੀ ਪਏਗੀ, ਤਖਤਾ ਕਿਉਂ ਪਲਟ ਕਰਨਾ ਪੈ ਗਿਆ? ਅਫਸਰਸ਼ਾਹੀ ਕਰਕੇ। ਜਦੋਂ ਅਫਸਰਾਂ ਦਾ ਰਾਜ ਸੀ, ਅਸੀਂ ਕਿਹਾ ਪੋਲੀਟਿਕਲ ਰਾਜ ਪੈਦਾ ਕਰੋ। ਅੱਜ ਚਰਨਜੀਤ ਚੰਨੀ ਆ, ਅੱਜ ਸਾਡੀ ਹਰੇਕ ਗੱਲ ਸਾਨੂੰ ਪੁੱਛ ਕੇ ਕਰਦਾ। ਉਦੋਂ ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਕਿਸੇ ਨੂੰ ਮੰਤਰੀਆਂ ਨੂੰ ਪੁੱਛਿਆ, ਕੈਬਨਿਟ ਮੀਟਿੰਗ ਹੀ ਨਹੀਂ ਹੁੰਦੀ ਸੀ। ਅੱਜ ਨਹੀਂ ਕਰੋਨਾ। ਕਿਹਦੀ ਸ਼ਹਿ ਤੇ ਚੱਲਦੇ ਸੀਗੇ, ਕਿਹਦੇ ਇਸ਼ਾਰੇ ਤੇ ਚੱਲਦੇ ਸੀ? ਅਫਸਰ ਕੈਪਟਨ ਅਮਰਿੰਦਰ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਨੂੰ ਗੁੰਮਰਾਹ ਕਰ ਲਿਆ। ਕਿੰਨੇ ਕਰਿਆ? ਬੀਜੇਪੀ ਨੇ। ਬੀਜੇਪੀ ਨੇ ਆਪਣੀ ਰਿਪੋਰਟ ਥੱਲੇ ਕਰ ਲਿਆ ਵੀ ਤੂੰ ਕਾਂਗਰਸ ਨੂੰ ਕਿਵੇਂ ਖਤਮ ਕਰ ਸਕਦਾ। ਤੁਹਾਡੇ ਕਹਿਣ ਤੋਂ ਭਾਵ 4.5 ਸਾਲ ਪੰਜਾਬ 'ਚ ਬੀਜੇਪੀ ਦਾ ਰਾਜ ਰਿਹਾ। ਪਹਿਲੇ 2 ਸਾਲ ਨਹੀਂ ਰਿਹਾ, 1.5 ਸਾਲ। 1.5 ਸਾਲ ਤੱਕ ਚਲਾਇਆ ਕੈਪਟਨ ਸਾਹਿਬ ਨੇ ਰਾਜ। ਉਦੋਂ ਬਹੁਤ ਅਸੀਂ ਵੀ ਖੁਸ਼ ਸੀ, ਸਾਡੀ ਸੁਣਾਈ ਹੋਈ ਪੂਰੀ। ਜਦੋਂ ਬੀਜੇਪੀ ਦਾ ਪਤਾ ਨਹੀਂ ਉਹਨਾਂ ਨੇ ਕੀ ਸੀ, ਰਿਮੋਟ ਇਹਦੇ ਹੱਥ 'ਚ ਆਇਆ ਉਹਨਾਂ ਦਾ, ਕੀ ਇਹਨੂੰ ਦਬਕਾ ਮਾਰਿਆ, ਕੀ ਡਰਾਇਆ ਧਮਕਾਇਆ, ਇਹਦੇ ਜਵਾਈ ਦੇ ਪਰਚੇ ਕਰਨ ਦੀ ਕੋਸ਼ਿਸ਼ ਕਰੀ, ਤੇ ਮੁੰਡੇ ਦੇ ਕਰਨ ਦੀ ਕਰੀ। ਜਦੋਂ ਰੌਲਾ ਪਿਆ ਉਹ ਜਵਾਈ ਵਾਲਾ ਤੇ ਮੁੰਡੇ ਵਾਲਾ, ਉਸ ਤੋਂ ਬਾਅਦ ਉਹਨਾਂ ਦੇ ਥੱਲੇ ਲੱਗ ਗਿਆ। ਮੁੜ ਕੇ ਫਿਰ ਕਾਂਗਰਸ ਨਹੀਂ ਚੱਲੀ ਤੇ ਅੱਜ ਤੁਸੀਂ ਮੈਨੂੰ ਛੱਡੋ, ਪਟਿਆਲਾ ਮੇਰਾ ਸ਼ਹਿਰ ਆ, ਪ੍ਰਦੂਸ਼ਣ ਬੋਰਡ ਦਾ ਚੇਅਰਮੈਨ ਕੌਣ ਆ? RS ਦਾ ਬੰਦਾ। ਸਰਕਾਰ ਕਾਂਗਰਸ ਦੀ ਆ, ਲਾਇਆ ਕਿੰਨੇ? ਕੈਪਟਨ ਅਮਰਿੰਦਰ ਸਿੰਘ ਨੇ। DGP ਕਿਹਦਾ ਸੀ? RS ਦਾ ਬੰਦਾ। ਚੀਫ ਸੈਕਟਰੀ ਕਿਹਦਾ ਸੀ? RS ਦਾ ਬੰਦਾ। ਹੈਗੇ ਸੀ ਸਾਰੇ। ਸਰਕਾਰ ਤਾਂ BJP ਕਰ ਰਹੀ ਸੀ। ਮੰਤਰੀਆਂ ਤਾਂ ਉਹਨਾਂ ਦਾ ਇੱਕੋ ਟੀਚਾ ਸੀ BJP ਦਾ ਵੀ ਪੰਜਾਬ 'ਚ ਕਾਂਗਰਸ ਨੂੰ ਕਿਵੇਂ ਖਤਮ ਕਰਿਆ ਜਾ ਸਕਦਾ। ਕੈਪਟਨ ਨੂੰ ਮੂਹਰੇ ਲਾ ਲਿਆ, ਕੈਪਟਨ ਨੂੰ ਡਰਾ ਲਿਆ, ਅਫਸਰ ਆਪਣੇ ਲਾਤੇ। ਅਫਸਰ MLA ਦੇ ਗਲ ਪੈਂਦੇ ਸੀ, ਸਾਡੇ ਗਲ ਪੈਂਦੇ ਸੀ। ਜਦੋਂ ਸਾਡੇ ਗਲ ਪੈਂਦੇ ਸੀ, ਅਸੀਂ ਸਰਕਾਰ ਦੇ ਉਲਟ ਗਾਲਾਂ ਕੱਢਦੇ ਸੀ ਸਰਕਾਰ ਨੂੰ, ਸਰਕਾਰ ਦੇ ਉਲਟ ਝੰਡਾ ਚੱਕ ਕੇ ਚਲੇ ਗਏ। ਇਹ ਤਾਂ ਰਾਹੁਲ ਜੀ ਨੇ, ਪ੍ਰਿੰਕਾ ਜੀ ਨੇ ਦੇਖਿਆ ਵੀ ਪੰਜਾਬ 'ਚ ਕਾਂਗਰਸ ਖਤਮ ਹੋ ਜਾਊਗੀ, ਸੋਨੀਆ ਜੀ ਨੇ, ਫਿਰ ਇਹਨਾਂ ਨੇ ਚੇਂਜ ਕੀਤਾ। ਉਹ ਕਿੱਥੇ ਕਰਦੇ? ਜ਼ਾਤੀ ਤੌਰ ਦੇ ਉੱਤੇ ਮੈਂ ਜਾਣਦਾ ਜਾਂ ਸਮਝਦਾ ਕਿ ਜਿਹੜਾ ਵਿਕਾਸ ਹੁੰਦਾ, ਜਿਹੜੀਆਂ ਮਨੁੱਖ ਦੀਆਂ ਬੁਨਿਆਦੀ ਲੋੜਾਂ ਹੁੰਦੀਆਂ ਨੇ, ਜਦੋਂ ਉਹਨਾਂ ਦੀ ਪੂਰਤੀ ਹੋਣ ਲੱਗ ਜਾਂਦੀ ਹੈ ਤੇ ਆਪਣੇ ਆਪ ਵਿਕਾਸ ਦੀ ਲੀਹ ਦੇ ਉੱਤੇ ਬੰਦਾ ਖੁਦ ਬ ਖੁਦ ਦੌੜਨ ਲੱਗ ਜਾਂਦਾ। ਇੱਕ ਹੋ ਗਿਆ ਸਿਹਤ ਅਤੇ ਦੂਜੀ ਸਿੱਖਿਆ। ਜੇਕਰ ਇਹ ਦੋਵੇਂ ਚੀਜ਼ਾਂ ਮਿਲ ਜਾਣ ਤੇ ਇਹਦੇ ਨਾਲ ਬਹੁਤ ਕੁਝ ਹੋ ਜਾਂਦਾ। ਸਿਹਤ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਹਲਕੇ ਲਈ ਕੀ ਕੀਤਾ? ਦੇਖੋ, ਮੈਂ ਆਪਣੀ ਸੋਚ ਦੱਸ ਰਿਹਾ, ਮੈਂ ਪਾਰਟੀ ਦੀ ਗੱਲ ਨਹੀਂ ਕਰੂੰਗਾ ਕਿ ਪਾਰਟੀ ਦੀ ਕਰਨੀ ਹਾਈ ਕਮਾਂਡ ਦੀ ਗੱਲ। ਮੇਰੀ ਇੱਕ ਸੋਚ ਹੈਗੀ ਹੈ, ਜਿਹੜੀ ਵੀ ਪਾਰਟੀਆਂ ਦੇ ਸਿਰਫ ਵੋਟਾਂ ਕਰਕੇ ਝੂਠ ਬੋਲਦੇ ਹਾਂ ਅਸੀਂ ਵੀ ਇਹ ਚੀਜ਼ ਫ੍ਰੀ ਦੇ ਦਾਂਗੇ, ਇਹ ਦੇ ਦਾਂਗੇ, ਇਹ ਦੇ ਦਾਂਗੇ। ਅਸੀਂ ਇਹ ਨਹੀਂ ਦੇਖਦੇ ਵੀ ਇਹਨਾਂ ਨੂੰ ਅਸੀਂ ਨਿਕੰਮੇ ਕਰ ਰਹੇ ਹਾਂ। ਆਟਾ ਦਾਲ ਫ੍ਰੀ ਦੇ ਦਾਂਗੇ ਵੀ ਸਾਨੂੰ ਵੋਟਾਂ ਪੈ ਜਾਣ। ਤੁਸੀਂ ਉਹਨਾਂ ਨੂੰ, ਤੁਹਾਡੀ ਪਾਰਟੀ ਨੇ ਵੀ ਕਿਹਾ ਸੀ ਆਟਾ ਦਾਲ ਦੇ ਨਾਲ ਅਸੀਂ ਖੰਡ ਘਿਓ ਵੀ ਦੇਵਾਂਗੇ। ਮੈਂ ਕੀ ਕਹਿ ਰਿਹਾ, ਮੈਂ ਤਾਂ ਆਪਣੀ ਸੋਚ ਦੱਸ ਰਿਹਾ, ਨਿੱਜੀ ਰਾਏ ਮੇਰੀ। ਮੈਂ ਇੱਕ ਪਿੰਡ 'ਤੇ ਬੈਠਾ, ਮੈਂ ਗਰੀਬ ਘਰ ਤੋਂ ਨਿਕਲਿਆ, ਮੈਨੂੰ ਪਤਾ ਗਰੀਬੀ ਕੀ ਹੁੰਦੀ ਹੈ। ਮੈਂ ਤਾਂ ਆਪਣੀ ਰਾਏ ਦੇ ਰਿਹਾ, ਮੈਂ ਪਾਰਟੀ ਦੀ ਗੱਲ ਨਹੀਂ। ਤੇ ਮੈਂ ਇੱਥੇ ਮਦਨ ਜਲਾਲਪੁਰ ਪਿੰਡ ਤੋਂ ਬੋਲ ਰਿਹਾ, ਕਾਂਗਰਸ ਦਾ ਬਣ ਕੇ ਨਹੀਂ ਮੈਂ ਬੋਲ ਰਿਹਾ ਹੁਣ, ਜਿਹੜੀ ਮੈਂ ਆਪਣੀ ਗੱਲ ਨਿੱਜੀ ਰਾਏ ਦੇ ਰਿਹਾ। ਕੱਲ ਨੂੰ ਕਾਂਗਰਸ ਦੀ ਸੋਚ ਹੈ ਜੀ, ਅਸਲ ਬੰਦਾ ਬਣ ਕੇ ਬੋਲ, ਅਸਲ ਬੰਦਾ ਬਣ ਕੇ ਬੋਲ ਰਿਹਾ। ਮੈਂ ਚਾਹੁੰਦਾ ਇੱਕ ਪੜ੍ਹਾਈ ਫ੍ਰੀ ਹੋਣੀ ਚਾਹੀਦੀ ਹੈ, ਇੱਕ ਸਾਨੂੰ ਦਵਾਈ ਫ੍ਰੀ ਮਿਲੇ, ਇੱਕ ਬੁਢਾਪਾ ਪੈਨਸ਼ਨ। ਦੂਜੀ ਗੱਲ, ਜਿੰਨੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹ ਰਹੇ ਆ, ਇਹਨਾਂ ਨੂੰ 1000 ਰੁਪਏ ਮਹੀਨਾ ਵਜ਼ੀਫਾ ਦੇਣ। ਇਹਨਾਂ ਦੀਆਂ ਵਰਦੀਆਂ ਲਈ ਗਰੀਬਾਂ ਨੂੰ, ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ, ਗਰੀਬ ਹੋਵੇ, ਜਿਨ੍ਹਾਂ ਦੀ ਆਮਦਨ 5 ਲੱਖ ਤੋਂ ਥੱਲੇ ਹੋਵੇ। ਜੇ ਤੁਸੀਂ ਪੜ੍ਹਾਈ ਫ੍ਰੀ ਕਰ ਦੋ, ਦਵਾਈ ਫ੍ਰੀ ਕਰ, ਬੁਢਾਪਾ ਪੈਨਸ਼ਨ ਦੇਣ ਦੀ ਲੋੜ ਆ, ਇੱਕ ਇਹਨਾਂ ਨੂੰ ਰੁਜ਼ਗਾਰ ਦੇਣ ਦੀ ਲੋੜ ਆ, ਰੇਟ ਘੱਟ ਕਰਨ ਦੀ ਲੋੜ ਆ। ਤੁਸੀਂ ਅੱਜ ਮੈਂ ਕਹਿੰਦਾ, ਤੁਸੀਂ ਜਰਨਲ 'ਚੋਂ ਤੁਸੀਂ 10 ਰੁਪਏ ਯੂਨਿਟ ਭਰ ਰਹੇ ਆ, ਤੁਸੀਂ ਜਦੋਂ ਤੁਹਾਨੂੰ ਬਿੱਲ ਆਉਂਦਾ ਨਾ 50,000, ਤੁਹਾਡੇ ਘਰ ਦਾ ਸਾਰਾ ਬਜਟ ਹਲ ਜਾਂਦਾ। ਤੁਹਾਡਾ ਕੀ ਕਸੂਰ ਆ? ਇਹੀ ਬਿੱਲ ਤੁਹਾਨੂੰ 6 ਰੁਪਏ ਭਰਨਾ ਪਵੇ, ਜਿਹੜਾ 50,000 ਆਇਆ ਤੁਹਾਡਾ 30,000 ਆਇਆ, ਤੁਸੀਂ ਖੁਸ਼ ਹੋ ਕੇ ਭਰ ਦੋਗੇ। ਸਾਰਿਆਂ ਨੂੰ ਇਹਦਾ ਫਾਇਦਾ ਹੋਣਾ ਚਾਹੀਦਾ। ਇਕੱਲੇ ਇਹ ਨਹੀਂ ਵੀ 300 ਯੂਨਿਟ ਫ੍ਰੀ ਕਰਕੇ ਵੋਟਾਂ ਲੈ ਲਓ, ਜਿਹੜੇ ਦੂਜੇ ਬੰਦੇ ਉਹ ਕਿੱਥੇ ਜਾਣਗੇ? ਸਾਰਿਆਂ ਦਾ ਭਲਾ ਹੁਣ ਇਹੋ ਜਿਹੀ ਸਕੀਮ ਆਉਣੀ ਚਾਹੀਦੀ ਹੈ ਵੀ ਪੂਰੇ ਦੇ ਪੂਰੇ ਅੱਧੇ ਕਰ ਦੇਣ। ਜੇ 10 ਰੁਪਏ ਆ 5-6 ਰੁਪਏ ਕਰ ਦੇਣ, ਜੇ 7 ਆ 4-3 ਕਰ ਦੇਣ, ਜੇ 4-5 ਰੁਪਏ ਆ ਤਾਂ ਉਹਨੂੰ 2 ਰੁਪਏ ਕਰ ਦੇਣ, ਜੇ ਤੇ 3 ਰੁਪਏ ਆ ਉਹਨੂੰ 75 ਰੁਪਏ ਕਰ ਦੇਣ। ਘੱਟ ਰੇਟਾਂ ਤੇ ਲੈ ਕੇ ਆਣ। ਫ੍ਰੀ ਚੀਜ਼ ਜਿਹੜੀ ਦੇਣੀ ਆ ਨਾ, ਇਹ ਬਿਲਕੁਲ
ਸਾਡੇ ਦੇਸ਼ ਨੂੰ ਲੈ ਗਈ। ਅੱਜ ਦੇਸ਼ ਪੂਰਾ ਕਰਜ਼ਈ ਆ। ਹਲਕਾ ਘਨੌਰ ਵਧੇਰੇ ਕਰਕੇ ਪੇਂਡੂ ਹਲਕਾ ਹੈ, ਜਿਸ ਅੰਦਰ ਕੁੱਲ 180 ਪਿੰਡ ਪੈਂਦੇ ਹਨ। ਭੂਗੋਲਿਕ ਤੌਰ ਤੇ ਹਲਕਾ ਗਵਾਂਢੀ ਰਾਜ ਹਰਿਆਣਾ ਨਾਲ ਲੱਗਦਾ ਹੈ। ਇੱਕ ਪਾਸੇ ਹਲਕਾ ਅਮਲੋਹ ਨਾਲ ਰਾਜਪੁਰੇ ਅਤੇ ਮੋਹਾਲੀ ਤੇ ਅੰਬਾਲੇ ਤੱਕ ਫੈਲਿਆ ਹੋਇਆ ਹੈ। ਇੱਥੋਂ ਦੇ ਲੋਕਾਂ ਦਾ ਵਧੇਰੇ ਕਰਕੇ ਖੇਤੀ ਤੇ ਜੀਵਨ ਬਸਰ ਹੈ। ਹਲਕਾ ਘਨੌਰ ਅੰਦਰ 2 ਬਲਾਕ ਪੈਂਦੇ ਹਨ, ਇੱਕ ਬਲਾਕ ਸ਼ੰਭੂ ਅਤੇ ਦੂਜਾ ਬਲਾਕ ਘਨੌਰ। ਹਲਕਾ ਘਨੌਰ ਦੀ ਗੱਲ ਕਰ ਰਹੇ ਹਾਂ। ਘਨੌਰ ਹਲਕੇ ਦੇ ਵਿੱਚ ਕਈ ਵਜ਼ੀਰ ਨਿਕਲੇ, ਕਈ ਵਿਧਾਇਕਾਂ ਨੂੰ ਵਜ਼ਾਰਤ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਇਸ ਵੇਲੇ ਮੌਜੂਦਾ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਜਦੋਂ ਗੱਲਬਾਤ ਕੀਤੀ, ਇੱਕ ਸਵਾਲ ਸੀ ਕਿ ਸਿਹਤ ਤੇ ਸਿੱਖਿਆ 2 ਮੁੱਢਲੀਆਂ ਬੁਨਿਆਦੀ ਲੋੜਾਂ, ਅਹਿਮ ਲੋੜਾਂ ਨੇ, ਜਿਹੜੇ ਕਿ ਆਪ ਲੋਕ ਇਹਨਾਂ ਚੀਜ਼ਾਂ ਨੂੰ ਹਾਸਲ ਕਰਨ ਤੋਂ ਬਾਅਦ ਵਿਕਾਸ ਆਪਣਾ ਖੁਦ ਬ ਖੁਦ ਕਰ ਸਕਦੇ ਆ। ਤਾਂ ਉਸ ਤੋਂ ਬਾਅਦ ਜਦੋਂ ਹਲਕੇ ਦਾ ਦੌਰਾ ਕੀਤਾ ਤਾਂ ਘਨੌਰ ਕਸਬੇ ਦੇ ਵਿੱਚ ਜਦੋਂ ਪਹੁੰਚੇ ਤਾਂ ਇੱਥੇ ਇਮਾਰਤ ਇੱਕ ਤਿਆਰ ਹੋ ਰਹੀ ਹੈ, ਜੋ ਇਹਨਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਜਿਹੜੀ ਇਹ ITI ਤਿਆਰ ਕੀਤੀ ਜਾ ਰਹੀ ਹੈ। ਔਰ ਇਸ ITI ਦੇ ਨਾਲ ਲੋਕਾਂ ਨੂੰ ਜ਼ਰੂਰ ਜਿਹੜਾ ਹੈਗਾ ਉਹ ਫਾਇਦਾ ਹੋਵੇਗਾ। ਹਾਲਾਂਕਿ ਸਕੂਲ ਕਿੰਨੇ ਲਿਆਂਦੇ ਗਏ ਜਾਂ ਨਵੇਂ ਸਕੂਲ ਕਿੰਨੇ ਅਪਗ੍ਰੇਡ ਕਰਵਾਏ ਗਏ, ਕਾਲਜ ਕਿੰਨੇ ਹਲਕੇ ਨੂੰ ਮਿਲੇ, ਇਹਦਾ ਹਲੇ ਜਵਾਬ ਨਹੀਂ ਸੀ। ਪਰ ਬਲਾਕ ਸੰਮਤੀ ਦੇ ਚੇਅਰਮੈਨ ਇਸ ਵੇਲੇ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਅਸੀਂ ਜੀ ਨਿਊਜ਼ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਸਾਡੇ ਹਲਕਾ ਵਿਧਾਇਕ ਮਦਨ ਲਾਲ ਜੀ, ਸ੍ਰੀ ਜਲਾਲਪੁਰ ਮਦਨ ਲਾਲ ਜੀ, ਜਿਹੜੇ ਸਾਡੇ ਦਿਨ ਰਾਤ ਮਿਹਨਤ ਕਰਕੇ ਸਾਡੇ ਘਨੌਰ, ਜਿਹੜਾ ਪਛੜਿਆ ਵਾ ਘਨੌਰ ਕਿਹਾ ਜਾਂਦਾ ਸੀ, ਉਹਦਾ ਅੱਜ ਵਿਕਾਸ ਤੁਸੀਂ ਆਪ ਚੈੱਕ ਕਰ ਲਓ, ਮਤਲਬ ਸਿਖਰਾਂ ਤੇ ਚੱਲ ਰਿਹਾ ਹੈ। ਹਰੇਕ ਤਰ੍ਹਾਂ ਦੇ ਇੱਥੇ ਜਿਕਣਾ ਅਸੀਂ ਜੇਕਰ ਇਹ ਵੀ ਗੱਲ ਕਹੀਏ ਕਿ ਸਿਖਰਾਂ ਤੇ ਬਹੁਤ ਸਾਰੇ ਲੋਕ ਨਾਰਾਜ਼ ਵੀ ਨਜ਼ਰ ਆਏ, ਖਫਾ ਵੀ ਨਜ਼ਰ ਆਏ। ਪਿੰਡਾਂ ਦੀਆਂ ਗਲੀਆਂ ਨਾਲੀਆਂ ਨੂੰ ਲੈ ਕੇ ਕਈ ਗੱਲਾਂ ਲੋਕਾਂ ਨੇ ਰੋਸਾ ਪ੍ਰਗਟਾਇਆ, ਕਈਆਂ ਨੇ ਕਿਹਾ ਵੀ ਸਾਡੇ ਕੋਲ ਆਉਂਦੇ ਨਹੀਂ, ਮਿਲਦੇ ਨਹੀਂ ਹੈਗੇ। ਜੇਕਰ ਪਾਰਟਿਕੂਲਰ ਇਸ ITI ਦੀ ਗੱਲ ਕੀਤੀ ਜਾਵੇ, ਇਹ ITI ਕਦੋਂ ਬਣਨੀ ਸ਼ੁਰੂ ਹੋਈ, ਕਿਹੜੇ ਟ੍ਰੇਡ ਹੈ, ਕਿੰਨੇ ਕਮਰੇ ਤਿਆਰ ਹੋਣੀ ਹੈ, ਕਿੰਨੀਆਂ ਵਰਕਸ਼ਾਪ ਇਹਦੇ ਨੇ, ਲੋਕ ਕਿੰਨੇ ਵਿਦਿਆਰਥੀ ਇੱਥੇ ਆਉਣਗੇ? ਸਰ ਇਹਦੇ ਜਿਹੜੇ ਇਹ ਤੁਸੀਂ ਸਾਹਮਣੇ ਦੇਖ ਰਹੇ ਆ, ਇਹ 4 ਤਾਂ ਮੇਨ ਬੜੇ ਹਾਲ ਇਹਦੇ ਬਣ ਰਹੇ ਆ, ਉੱਪਰ ਵੀ ਹਾਲ ਇਹਦੇ ਬਣਨੇ ਆ ਜਿੱਥੇ ਕਲਾਸਾਂ ਲੱਗਣੀਆਂ, ਤੇ ਨਾਲ ਇੱਧਰ ਇਹ ਜਿਹੜੇ ਇਹ ਸਾਹਮਣੇ ਤੁਸੀਂ ਦੇਖ ਰਹੇ ਆ, ਇੱਥੇ ਵਰਕਸ਼ਾਪ ਬਣਨੀ ਇਹਨਾਂ ਦੀ, ਜਿਹੜੇ ਟ੍ਰੇਨਿੰਗ ਦਿੱਤੀ ਜਾਣੀ ਆ। ਉਸ ਤੋਂ ਬਾਅਦ ਦੇਖੋ ਸਿਰਫ ਇਹਨੂੰ ਅਪ੍ਰੈਲ ਦੇ ਵਿੱਚ ਸ਼ੁਰੂ ਹੋਈ ਆ, ਜਿਹੜੀ ਇਹ ਤਕਰੀਬਨ 5 ਕਰੋੜ 65-70 ਲੱਖ ਦੀ ਲਾਗਤ ਨਾਲ ਬਣ ਰਹੀ ਆ। ਤੁਸੀਂ 5-6 ਮਹੀਨੇ ਦੇ ਵਿੱਚ ਦੇਖ ਲਓ ਵੀ MLA ਸਾਹਿਬ ਦੀ ਮਿਹਨਤ ਸਦਕਾ ਇਹ ਪ੍ਰੋਜੈਕਟ 70% ਕੰਪਲੀਟ ਹੋ ਚੱਲਿਆ। ਇਹਦੇ ਵਿੱਚ ਜਿਹੜੀਆਂ ਐਡਮਿਸ਼ਨਾਂ ਵੀ ਸ਼ੁਰੂ ਹੋ ਚੁੱਕੀਆਂ। ਸਭ ਤੋਂ ਪਹਿਲਾਂ ਮਦਨ ਲਾਲ MLA ਸਾਹਿਬ ਦੇ ਇੱਕੇ ਨਾਰਾ ਸੀਗਾ ਵੀ ਐਜੂਕੇਸ਼ਨ ਤੇ ਜਿਹੜਾ ਹੈਲਥ ਦਾ ਸਾਡਾ ਉਹ ਸਿਸਟਮ ਜ਼ਰੂਰੀ ਆ, ਕਿਉਂਕਿ ਜਿਹੜਾ ਸਾਡਾ ਇਹ ਇਲਾਕਾ ਹੈ ਇਹ ਅੱਜ ਤੋਂ 50 ਸਾਲ ਤੋਂ ਪਛੜਿਆ ਹੋਇਆ ਇਲਾਕਾ ਗਿਣਿਆ ਜਾਂਦਾ ਸੀ। ਸੋ ਇਹ ਤਾਂ ਜਿਹੜੇ ਮੌਜੂਦਾ ਵਿਧਾਇਕ ਹੈ, ਬਲਾਕ ਸੰਮਤੀ ਮੈਂਬਰ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਕੋਈ ਸਰਕਾਰ ਬਣਦੀ ਆ, ਆਪਣੇ ਮੈਂਬਰ ਚੁਣੇ ਜਾਂਦੇ ਆ, ਆਪਣੇ ਸਰਪੰਚ ਚੁਣੇ ਜਾਂਦੇ ਆ, ਜ਼ਰੂਰ ਪਿੱਠ ਥਾਪੜਨੀ ਹੁੰਦੀ ਆ, ਪਰ ਕਈ ਕੰਮ ਦੇਖੇ ਆ, ਕੰਮ ਹੋਏ ਵੀ ਹੈਗੇ ਆ, ਤੇ ਕਈ ਕੰਮ ਹਲੇ ਜਿਹੜੇ ਆ ਉਹ ਲੋੜ ਆ, ਜਿਹੜੀ ਸਮੇਂ ਦੀ ਲੋੜ ਆ, ਉਹ ਸਮਾਂ ਜ਼ਰੂਰ ਮੰਗ ਕਰਦਾ। ਸੋ ਹਲਕੇ ਦਾ ਹਾਲ ਲੋਕਾਂ ਦੀ ਜ਼ੁਬਾਨੀ ਤੁਸੀਂ ਸੁਣ ਰਹੇ ਸੀਗੇ, ਵਿਧਾਇਕ ਦੀ ਜ਼ੁਬਾਨੀ ਸੁਣ ਰਹੇ ਸੀ। ਵਿਰੋਧੀ ਧਿਰਾਂ ਨਾਲ ਗੱਲਬਾਤ ਕਰਾਂਗੇ, ਉਹ ਆਖਰ ਆਪਣੇ ਮੌਜੂਦਾ ਵਿਧਾਇਕ ਤੋਂ ਕਿੰਨੇ ਸੌਖੇ ਤੇ ਕਿੰਨੇ ਔਖੇ ਨੇ। ਹਲਕਾ ਵਿਧਾਇਕ ਵੱਲੋਂ ਹਲਕੇ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਖਾਸ ਤਵੱਜੋ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹਨਾਂ ਵਿਕਾਸ ਪ੍ਰੋਜੈਕਟਾਂ ਦੀ ਜ਼ਮੀਨੀ ਹਕੀਕਤ ਨੂੰ ਸਮਝਣ ਲਈ ਅਸੀਂ ਗਰਾਊਂਡ ਜ਼ੀਰੋ ਤੋਂ ਇਸ ਦਾ ਜਾਇਜ਼ਾ ਲਿਆ। ਤਕਰੀਬਨ ਸਦੀ ਬਾਅਦ ਆਈ ਮਹਾਮਾਰੀ ਨੇ ਲੋਕਾਂ ਨੂੰ ਇੱਕ ਚੀਜ਼ ਸਿਖਾ ਦਿੱਤੀ ਹੈ, ਕਰੋਨਾ ਨੇ, ਕਿ ਸਭ ਤੋਂ ਪਹਿਲਾਂ ਜੇ ਕੋਈ ਜ਼ਰੂਰੀ ਇਹ ਚੀਜ਼ ਹੈ ਉਹ ਹੈ ਸਿਹਤ। ਜੇ ਸਭ ਤੋਂ ਵੱਧ ਕੋਈ ਜ਼ਰੂਰੀ ਚੀਜ਼ ਹੈ ਇਸ ਤੰਤਰ ਦੇ ਵਿੱਚ, ਇਸ ਸਿਸਟਮ ਦੇ ਵਿੱਚ, ਉਹ ਹਨ ਤੁਹਾਡੇ ਲਈ ਬਿਹਤਰ ਇਲਾਜ ਕਰਨ ਵਾਲੇ ਹਸਪਤਾਲ। ਸਿਆਣੇ ਤਾਂ ਇੱਥੋਂ ਤੱਕ ਵੀ ਗੱਲ ਕਹਿੰਦੇ ਆ ਕਿ ਇਲਾਜ ਨਾਲੋਂ ਪਰਹੇਜ਼ ਚੰਗਾ, ਪਰ ਜੇਕਰ ਦਿਨ ਬ ਦਿਨ ਤਰੱਕੀ ਦੇ ਰਾਹ ਦੇ ਉੱਤੇ ਤੁਰਦੇ ਹਾਂ, ਬਹੁਤ ਤਰ੍ਹਾਂ ਦੀਆਂ ਅਜਿਹੀਆਂ ਅਲਾਮਤਾਂ ਨੇ ਜੋ ਨਾ ਚਾਹੁੰਦੇ ਵੀ ਸਾਡੇ ਨੇੜੇ ਆਉਂਦੀਆਂ ਜਾ ਰਹੀਆਂ ਨੇ। ਹਲਕਾ ਘਨੌਰ ਦੀ ਗੱਲ ਕਰ ਰਹੇ ਹਾਂ। ਹਲਕਾ ਘਨੌਰ ਦੇ ਪਿੰਡ ਘਨੌਰ ਵਿੱਚ ਹੀ ਅਸੀਂ ਪਹੁੰਚੇ ਹਾਂ, ਤੇ ਉੱਥੇ ਗੱਲਬਾਤ ਜਿਹੜੀ ਹੈ ਉੱਥੋਂ ਦੇ ਬਸ਼ਿੰਦਿਆਂ ਨਾਲ ਵੀ ਜਿਹੜੀ ਕੀਤੀ ਹੈ। ਤੇ ਇਹ ਇਮਾਰਤ ਜਿਹੜੀ ਤੁਸੀਂ ਦੇਖ ਰਹੇ ਹੋ, ਇਹ ਘਨੌਰ ਦੇ ਵਿੱਚ ਬਣ ਰਹੇ
ਹਸਪਤਾਲ ਦੀ ਇਮਾਰਤ ਹੈ। ਵਿਧਾਇਕ ਹੋਰਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਆਪਣੇ ਹਲਕੇ ਨੂੰ ਇਹ ਸੌਗਾਤ ਲਿਆਉਣ ਦੇ ਵਿੱਚ ਕਾਮਯਾਬ ਆਏ ਹਾਂ। ਉਹਨਾਂ ਦੇ ਸਮਰਥਕ ਸਪੋਰਟਰ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਰਦਾਰ ਜਗਰੂਪ ਸਿੰਘ ਸੇਰਾ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ। ਕਦੋਂ ਸ਼ੁਰੂ ਹੋਇਆ ਇਸ ਹਸਪਤਾਲ ਦਾ ਕੰਮ? ਕਦੋਂ ਤੱਕ ਮੁਕੰਮਲ ਹੋਵੇਗਾ? ਕਿੰਨੇ ਬੈੱਡਾਂ ਦਾ ਇਹ ਹਸਪਤਾਲ ਹੈ ਔਰ ਲੋਕਾਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਿਹਤ ਖੇਤਰ 'ਚ ਕੀ ਪ੍ਰਾਪਤੀ ਮੰਨਦੇ ਹੋ? ਸਰ, ਜਿਹੜਾ ਇਹ ਹਸਪੀਟਲ ਹੈ, ਪਿਛਲੀ ਅਪ੍ਰੈਲ ਨੂੰ ਸਰਦਾਰ ਬਲਬੀਰ ਸਿੰਘ ਸਿੱਧੂ ਜੀ ਆਪਣਾ ਉਦਘਾਟਨ ਕਰਕੇ ਗਏ ਸੀਗੇ ਜੀ। ਤੇ ਇਹ ਆਏ ਜਿਹੜਾ ਹਸਪੀਟਲ ਹੈ, ਇਹ ਪਹਿਲਾਂ 20 ਬੈੱਡਾਂ ਦਾ ਹਸਪੀਟਲ ਸੀਗਾ ਤੇ ਹੁਣ ਇਹ 20+30 ਬੈੱਡਾਂ ਦਾ ਹੋਰ ਹੋ ਗਿਆ ਜੀ। 8 ਕਰੋੜ ਦੀ ਲਾਗਤ ਨਾਲ ਇਹ ਹਸਪੀਟਲ ਬਣ ਰਿਹਾ ਜੀ ਔਰ ਮੇਰੇ ਖਿਆਲ ਦੇ ਵਿੱਚ ਇਹ ਜਨਵਰੀ ਦੇ ਵਿੱਚ ਇਹ ਕੰਪਲੀਟ ਹੋ ਜਾਊਗਾ ਔਰ ਆਧੁਨਿਕ ਸਹੂਲਤਾਂ ਦੇ ਲੈਸ ਨਾਲ ਇਹ ਹਸਪੀਟਲ ਤਿਆਰ ਹੋ ਰਿਹਾ ਹੈ, ਜਿਵੇਂ ਕਿ 24 ਘੰਟੇ। ਮੈਂ ਚੀਜ਼ ਪੁੱਛਣੀ ਚਾਹੂੰਗਾ, ਅਕਸਰ ਹੀ ਸਰਕਾਰੀ ਹਸਪਤਾਲਾਂ ਤੋਂ, ਸਰਕਾਰੀ ਚੀਜ਼ਾਂ ਤੋਂ ਲੋਕਾਂ ਨੂੰ ਜਿਹੜੀਆਂ ਸ਼ਿਕਾਇਤਾਂ ਰਹਿੰਦੀਆਂ ਨੇ, ਖਾਸ ਕਰਕੇ ਜਿਹੜੀਆਂ ਉੱਥੇ ਬੁਨਿਆਦੀ ਚੀਜ਼ਾਂ ਨਹੀਂ ਪਾਈ ਜਾਂਦੀਆਂ, ਸਾਫ਼ ਸਫਾਈ ਨੂੰ ਕਰਕੇ ਲੈ ਕੇ, ਸਟਾਫ ਦੀ ਕਮੀ ਨੂੰ ਲੈ ਕੇ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਡਾਕਟਰਾਂ ਦੀ ਭਰਤੀ ਨਹੀਂ ਹੋ ਪਾ ਰਹੀ। ਤਾਂ ਇਹ ਲੋਕਾਂ ਲਈ ਵਾਕਿਆ ਹੀ ਸੌਗਾਤ ਬਣੇਗਾ ਜਾਂ ਪਹਿਲਾਂ ਵਾਂਗੂ ਜਿਵੇਂ ਪਿਛਲੀਆਂ ਸਰਕਾਰਾਂ 'ਚ ਹੋਇਆ ਬਹੁਤ ਕਰੋੜੀ ਚੀਜ਼ਾਂ ਖੰਡਰ ਬਣ ਕੇ ਰਹਿ ਗਈਆਂ, ਸਫੈਦ ਹਾਥੀ ਬਣ ਕੇ ਰਹਿ ਗਈਆਂ? ਨਹੀਂ, ਇਹ ਸਾਰੇ ਸਹੂਲਤਾਂ ਨਾਲ ਲੈਸ ਹੋਏਗਾ, ਚਾਹੇ ਡਾਕਟਰ ਨੇ ਜੀ, ਚਾਹੇ ਹੋਰ ਵੀ ਹੈ। ਹੁਣ ਇੱਥੇ ਪਾਣੀ ਦੀ ਸਹੂਲਤ ਲਾ ਲਓ, ਜਿਹੜੀ ਪਾਣੀ ਦੀ ਸਹੂਲਤ 1200 ਫੁੱਟ ਡੂੰਘਾ ਜਿਹੜਾ ਬੋਰ ਹੋ ਰਿਹਾ ਸਪੈਸ਼ਲੀ ਇਹਨਾਂ ਹਸਪੀਟਲ ਵਾਸਤੇ। ਫਾਇਰ ਐਗਜ਼ੌਸਟ ਬਣ ਰਿਹਾ ਫਾਇਰ ਵਾਸਤੇ, ਤੇ OPD ਨਵੀਂ ਬਣ ਰਹੀ ਹੈ, ਤੇ ਜੱਚਾ ਬੱਚੇ ਵਾਸਤੇ ਕੀ ਕਰਦੇ ਹੁੰਦੇ ਆ, ਉਹ ਵੀ ਨਵਾਂ ਬਣ ਰਿਹਾ ਸਾਰਾ OPD। ਉਹ ਸਹੂਲਤਾਂ ਸਾਰੀਆਂ ਨਵੀਆਂ ਸਹੂਲਤਾਂ ਦੇ ਲੈਸ ਇਹ ਬਣ ਰਿਹਾ ਜੀ ਤੇ ਜਨਵਰੀ ਦੇ ਵਿੱਚ ਤਕਰੀਬਨ ਇਹ ਤਿਆਰ ਹੋ ਜਾਏਗਾ ਜੀ। ਹਾਂਜੀ। ਕਿੰਨੇ ਜਿਹੜੇ ਹਲਕੇ ਦੇ ਪਿੰਡ ਹੈ ਜਿਨ੍ਹਾਂ ਨੂੰ ਸਿੱਧੇ ਰੂਪ 'ਚ ਫਾਇਦਾ? ਕਿਉਂਕਿ ਅਕਸਰ ਜਿਹੜੀ ਮਰਦਮਸ਼ੁਮਾਰੀ ਦੇ ਮੁਤਾਬਕ ਜਾਂ ਜਿਹੜੀ ਹਲਕਾਬੰਦੀ ਦੇ ਮੁਤਾਬਕ ਹਲਕਿਆਂ ਦੇ ਪਿੰਡ ਬਹੁਤ ਦੂਰ ਤੱਕ ਪੈਂਦੇ। ਜੇ ਘਨੌਰ ਦੀ ਗੱਲ ਕਰਦੇ ਹਾਂ ਤੇ ਪਿੰਡ ਅਮਲੋਹ ਤੱਕ ਚਲੇ ਜਾਂਦੇ ਆ, ਫਤਿਹਗੜ੍ਹ ਤੱਕ ਚਲੇ ਜਾਂਦੇ ਆ। ਘਨੌਰ ਤੋਂ ਅੰਬਾਲਾ ਨੇੜੇ ਆ, ਪਟਿਆਲਾ ਦੂਰ ਆ ਹਾਲੇ। ਤੇ ਕਿੰਨੇ ਪਿੰਡ ਇਹ ਕਵਰ ਕਰ ਸਕਦਾ ਮੋਟੇ ਤੌਰ ਤੇ? ਘੱਟ ਤੇ ਘੱਟ 100-125 ਪਿੰਡ ਤਾਂ ਕਵਰ ਕਰੂਗਾ ਜੀ ਇਹ। ਹਾਂਜੀ, ਲਾਗੇ ਸਨੌਰ ਹਲਕੇ ਜਿਹੜੇ ਰਾਜਪੁਰੇ ਦੇ ਵਿੱਚ ਪਿੰਡ ਪੈਂਦੇ ਆ, ਘਨੌਰ ਦੇ ਪਿੰਡ ਪੈਂਦੇ ਆ, ਉਹ ਤਾਂ ਰਾਜਪੁਰੇ ਵੱਲ ਜਾਂ ਮੋਹਾਲੀ ਵੱਲ ਜਾਣਗੇ। ਜਿਹੜੇ ਬਹਾਦਰਗੜ੍ਹ ਕੋਲੇ ਆ, ਪਟਿਆਲੇ ਜਾਣਾ ਪ੍ਰੈਫਰ ਕਰਨਗੇ। ਇੱਥੋਂ ਦੇ ਲੋਕਲ ਕਿੰਨੇ ਪਿੰਡਾਂ ਨੂੰ ਇਹਦਾ ਫਾਇਦਾ ਜ਼ਿਆਦਾ? ਇੱਥੇ 80-90 ਪਿੰਡ ਤਾਂ ਘਨੌਰ ਦੇ ਨੇੜੇ ਤੇ ਲਾਗੇ ਹੀ ਪਿੰਡ ਹੋ ਗਏ ਵਿੱਚ। ਉਸ ਤੋਂ ਬਿਨਾਂ ਸਨੌਰ ਦੇ ਜਿਹੜੇ ਪਿੰਡ ਨੇ ਉਹ ਵੀ ਘਨੌਰ ਨੇੜੇ ਲੱਗਦਾ ਜੀ। ਜਿਵੇਂ ਹੁਣ ਬੂਸਰ ਕਲਾਂ ਹੋ ਗਿਆ, ਬੱਤਾ ਬੱਤੀ ਹੋ ਗਿਆ, ਜੋਗੀਪੁਰ ਹੋ ਗਿਆ, ਇਹ ਸਾਰੀ ਕੀ ਬੈਲਟ ਸਨੌਰ ਦੀ ਹੈ, ਸਾਰੀ ਘਨੌਰ ਨੂੰ ਉਹ ਕਰ ਰਹੇ ਨੇ ਜੀ ਪ੍ਰੈਫਰ ਜੀ। ਹਾਂਜੀ। ਸੋ ਸਿਹਤ ਖੇਤਰ ਦੇ ਵਿੱਚ ਕੰਮ ਹੋਣੇ ਬਹੁਤ ਜ਼ਰੂਰੀ ਨੇ, ਲਾਜ਼ਮ ਹੋ ਜਾਂਦੇ ਆ, ਖਾਸ ਕਰਕੇ ਉਦੋਂ ਜਦੋਂ ਦਿਨ ਬ ਦਿਨ ਬਿਮਾਰੀਆਂ ਦਾ ਵਾਧਾ ਹੁੰਦਾ ਜਾ ਰਿਹਾ ਹੈ। ਨਵੀਆਂ ਤੋਂ ਨਵੀਆਂ ਅਲਾਮਤਾਂ ਜਿਹੜੀਆਂ ਨੇ ਉਹ ਮਨੁੱਖ ਨੂੰ ਚਿੰਬੜਦੀਆਂ ਜਾ ਰਹੀਆਂ ਨੇ। ਹਲਕਾ ਘਨੌਰ ਦੀ ਗੱਲ ਕੁਝ ਹੋਰ ਥਾਵਾਂ ਤੇ ਜਾ ਕੇ ਕਰਦੇ ਹਾਂ। ਹਾਕਮ ਧਿਰ ਵਿਕਾਸ ਦੇ ਸੋਲੇ ਗਾਉਂਦੀ ਹੈ ਤਾਂ ਵਿਰੋਧੀ ਸਵਾਲ ਚੁੱਕਦੇ ਹਨ, ਪਰ ਹਲਕੇ ਦੀ ਅਸਲ ਤਸਵੀਰ ਜਨਤਾ ਦੀ ਨਜ਼ਰ ਤੋਂ ਸਮਝਦੇ ਹਨ। ਹਲਕਾ ਘਨੌਰ ਦਾ ਹਾਲ ਜਾਣਨ ਪਹੁੰਚੇ ਹਾਂ। ਮੌਜੂਦਾ ਵਿਧਾਇਕ ਮਦਨ ਲਾਲ ਹੋਰਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਬਹੁਤ ਦਾਅਵੇ ਕੀਤੇ ਕਿ ਮੈਂ ਆਪਣੇ ਹਲਕੇ 'ਚ ਬਹੁਤ ਕੰਮ ਕਰਾਇਆ ਹੈ, ਪਰ ਹਲਕੇ ਦੇ ਲੋਕ ਕੀ ਕਹਿੰਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ। ਅਸੀਂ ਚਾਪੜ ਪਿੰਡ ਪਹੁੰਚੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਪਰਮਵੀਰ ਸਿੰਘ, ਕਿੱਥੋਂ ਦੇ ਰਹਿਣ ਵਾਲੇ ਹੋ? ਚਾਪੜ ਤੋਂ। ਤੇ ਕਿੰਨੇ ਸਾਲ ਹੋ ਗਏ ਸਿਆਸਤ ਨੂੰ, ਪੰਜਾਬ ਦੀ ਨੂੰ ਵੇਖਦੇ? ਬਹੁਤ ਚਿਰ ਹੋ ਗਏ ਜੀ, ਬਹੁਤ ਸਮੇਂ ਲੰਘ ਗਿਆ ਸਿਆਸਤ ਦੇ। ਐਮਐਲਏ ਕੌਣ ਹੈ ਤੁਹਾਡਾ? ਮਦਨ ਲਾਲ ਜੀ। ਜੇ ਵਿਕਾਸ ਦੀ ਗੱਲ ਕਰੀਏ, ਕੰਮਾਂ ਦੀ ਗੱਲ ਕਰੀਏ, ਕੋਈ ਕੰਮ ਹੋਇਆ? ਕੰਮ ਤਾਂ ਹੋਏ ਹੀ, ਥੋੜੇ ਬਹੁਤੇ ਹੋਏ ਹੀ, ਹਾਂ, ਇੰਨਾ ਬਹੁਤਾ ਹੋਇਆ ਨਹੀਂ ਜੀ, ਜ਼ਿਆਦਾ ਨਹੀਂ ਹੋਇਆ। ਜ਼ਿਆਦਾ ਨਹੀਂ ਹੋਏ। ਕਿਉਂ? ਬਸ ਇਹ ਤੁਹਾਨੂੰ ਪਤਾ ਸਿਆਸਤ ਹੀ ਬਹੁਤ ਜ਼ਿਆਦਾ ਉਹ ਹੋ ਰਹੀ। ਹਾਂ, ਤੁਹਾਡਾ ਕੀ ਨਾਮ ਹੈ? ਕਮਲਜੀਤ ਜੀ। ਕੀ ਕਰਦੇ ਹੋ? ਲਗਾਇਆ ਮੈਂ ਜੀ ਏਜੰਸੀ ਹੈ ਜੀ। ਏਜੰਸੀ 'ਚ ਲੱਗੇ ਹੋਏ ਆ। ਸਿਆਸਤ ਨੂੰ ਸਮਝਦੇ ਹੋ? ਸਿਆਸਤ ਕੀ ਚੀਜ਼ ਹੁੰਦੀ ਹੈ? ਹਾਂ ਜੀ, ਹਾਂ ਥੋੜੀ ਮੋਟੀ ਸਮਝੀ ਆ ਜੀ। ਐਮਐਲਏ ਕੌਣ ਹੈ ਪਤਾ? ਮਦਨ ਲਾਲ ਜੀ, ਜਲਾਲਪੁਰੀ। ਕਿਵੇਂ ਦਾ ਬੰਦਾ? ਠੀਕ ਹੈ ਜੀ ਬੰਦਾ ਜੀ। ਕੰਮ ਕੁਮ ਕੀਤਾ? ਹਾਂ ਇਹ ਕੰਮ ਕਰ ਰਹੇ ਗਿਰਗੀ ਦੀ ਦੁਬਾਰੇ ਬਣਵਾਈ ਹੈ ਜੀ। ਅੱਛਾ ਰਕਵਾ ਦਿਆ ਜੀ ਕੁਝ ਬੰਦਿਆਂ ਨੇ ਵਿੱਚ ਦੇ ਜੀ ਕੰਮ। ਅੱਛਾ। ਹਾਂ ਜੀ। ਕੀ ਕਰਕੇ ਤੇ? ਇਹ ਆਪਣੇ ਰਵਿਦਾਸ ਗੁਰੂ ਉਹ ਹੈ ਧਰਮਸ਼ਾਲਾ ਜੀ। ਅੱਛਾ, ਇਹ ਧਰਮਸ਼ਾਲਾ। ਹਾਂਜੀ, ਇਹਦਾ ਕੰਮ ਰਕਵਾ ਦਿਆ ਜੀ ਅੱਛਾ। ਵਿੱਚ ਦੇ ਜੀ ਪੰਚਾਇਤ ਮੈਂਬਰਾਂ ਨੇ ਜੀ। ਉਹਨਾਂ ਦਾ ਇਕੱਠ ਵਿੱਚ ਸਹਿਮਤੀ ਨਹੀਂ ਹੋਈ ਜਿਸ ਕਾਰਨ ਬਾਕੀ ਉਹਨਾਂ ਨੇ ਕੰਮ ਰਕਵਾ ਦਿਆ ਜੀ। ਉਰੇ ਗਲੀਆਂ ਜੀ ਪੱਟੀਆਂ ਪਈਆਂ ਜੀ।
ਗਲੀਆਂ ਟੁੱਟੀ ਨਹੀਂ ਚੱਲ ਰਹੀ ਠੀਕ ਟਾਈਮ ਗਲੀ ਅੱਛਾ ਆ ਵੀ ਪੱਟੀਆਂ ਬੰਨਿਆ ਜੀ ਅੱਛਾ ਬਾਕੀ ਹੋਰ ਵੀ ਬਥੇਰੇ ਕੰਮ ਹੈ ਜੀ। ਆ ਬਾਈ ਜੀ ਇਹਨਾਂ ਨਾਲ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਹਰਦੀਪ ਹੈ ਜੀ। ਅੱਛਾ ਐਮਐਲਏ ਮਦਨ ਲਾਲ ਜਲਾਲਪੁਰ ਦੇ ਕੰਮਾਂ ਤੋਂ ਖੁਸ਼ ਹੋ? ਕੋਈ ਹਲਕੇ ਲਈ ਕੰਮ ਹੋਇਆ, ਕੋਈ ਤੁਹਾਡੇ ਪਿੰਡ ਲਈ ਕੰਮ ਹੋਇਆ? ਹਾਂਜੀ ਠੀਕ ਹੈ, ਬਸ ਚੱਲ ਰਿਹਾ ਜਿਵੇਂ। ਤੁਸੀਂ ਕੀ ਕਰਦੇ ਹੋ? ਮੇਰੀ ਡੈਰੀ ਹੈ ਜੀ, ਘਨੌਰ ਮਿਲਕ ਡੈਰੀ। ਅੱਛਾ ਹਾਂਜੀ। ਫਿਰ ਡਰ ਵੀ ਲੱਗਦਾ ਹੋਊਗਾ ਵੀ ਜੇ ਕਿਤੇ ਟੀਵੀ 'ਚ ਕਹਿਤਾ। ਨਹੀਂ, ਡਰ ਤੋਂ ਸਾਨੂੰ ਕਾਹਦਾ ਜੀ, ਡਰਦੇ ਡੁਰਦੇ ਨੇ ਅਸੀਂ। ਘਨੌਰ ਹਲਕੇ ਲਈ ਐਮਐਲਏ ਮਦਨ ਲਾਲ ਕਿਹੋ ਜਿਹਾ ਰਿਹਾ? ਬਸ ਸਾਰੇ ਹੀ ਹੈ ਜੀ ਐਮਐਲਏ ਤਾਂ ਸ਼ੁਰੂ ਤੋਂ ਹੀ ਇਹੀ ਚੱਲਦਾ ਆ ਰਿਹਾ। ਘਨੌਰ ਹਲਕੇ ਦਾ ਤਾਂ ਬੁਰਾ ਹਾਲ ਹੈ ਜੀ। ਕਿਉਂ ਇਹ ਤਾਂ ਜਿਹੜਾ ਇੰਨੇ ਪਰੇਸ਼ਾਨ ਕਾਹਤੋਂ, ਮਤਲਬ ਕਿਉਂ ਬੁਰਾ ਹਾਲ ਕਿਉਂ? ਇਹ ਤਾਂ ਸ਼ੁਰੂ ਤੋਂ ਹੀ ਬੈਕਵਰਡ ਏਰੀਆ ਜੀ, ਬੈਕਵਰਡ ਏਰੀਆ ਹੀ ਸਮਝਦੇ ਆ ਲੋਕ ਇਹਨੂੰ। ਅੱਛਾ ਹਾਂਜੀ, ਬਸ ਕੋਈ ਲਾਈਟ ਦਾ ਵਧੀਆ, ਬਿਜਲੀ ਦਾ ਕੋਈ ਵਧੀਆ ਪ੍ਰਬੰਧ ਨਹੀਂ ਹੈਗਾ। ਬਾਕੀ ਕੁਝ ਨਹੀਂ ਹੈ ਜਾਏਗਾ, ਕੋਈ ਪ੍ਰਬੰਧ ਨਹੀਂ ਹੈਗਾ। ਹਾਂਜੀ। ਘਨੌਰ ਬਜ਼ੁਰਗ ਨੇ, ਬਜ਼ੁਰਗਾਂ ਨਾਲ ਗੱਲ ਕਰਦੇ। ਸਤਿ ਸ਼੍ਰੀ ਅਕਾਲ ਬਜ਼ੁਰਗੋ, ਕੀ ਹਾਲ ਨੇ? ਠੀਕ ਹੈ ਜੀ। ਠੀਕ ਠਾਕ ਹੋ? ਸਿਹਤ ਠੀਕ ਹੈ? ਨਾਮ ਕੀ ਹੈ? ਦਰਬਾਰਾ ਸਿੰਘ ਗੁਰਪਾਲ ਸਿੰਘ। ਬਾਹਰ ਤੇ ਕੀ ਹੋਇਆ? ਬਾਹਰ ਤੇ ਪਤਾ ਨਹੀਂ ਕੋਈ ਮਤਲਬ ਮੱਛਰ ਗੰਦਾ ਹੋ ਗਿਆ, ਠੀਕ ਪੈ ਗਈ। ਅੱਛਾ ਐਮਐਲਏ ਮਦਨ ਲਾਲ ਠੀਕ ਹੈ ਹਲਕੇ ਵਾਸਤੇ? ਕੰਮ ਕਰਾਉਂਦੇ ਆ? ਪਿੰਡ 'ਚ ਆਉਂਦੇ ਆ, ਮਿਲਦੇ ਰਹਿੰਦੇ ਆ? ਜਦ ਬੁਲਾਇਆ ਨਾ ਕੋਈ, ਜਦ ਆ ਜਾਂਦਾ ਗੇੜਾ ਮਾਰ ਦਿੰਦੇ ਕਿਸੇ ਦੇ ਦੁੱਖ ਮੋ। ਠੀਕ ਹੈ, ਠੀਕ ਹੈ, ਵਧੀਆ। ਸਾਡੇ ਲਈ ਤਾਂ ਠੀਕ ਹੈ। ਸੋ ਇਹ ਚਾਪੜ ਦੇ ਪਿੰਡ ਦੇ ਲੋਕਾਂ ਦੀ ਗੱਲਬਾਤ ਸੁਣੀ ਹੈ। ਕੁਝ ਹੋਰ ਪਾਸੇ ਚੱਲ ਕੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕਿਸੇ ਹੋਰ ਪਿੰਡ ਚੱਲ ਕੇ, ਕਿ ਆਖਰ ਹਲਕੇ ਦੀ ਕੀ ਹਾਲ ਹੈ, ਵਿਧਾਇਕ ਤੇ ਲੋਕਾਂ ਦੇ ਨਾਲ ਹਲਕੇ ਦਾ ਹਾਲ। ਜਦੋਂ ਹਲਕੇ ਦਾ ਹਾਲ ਜਾਣਨਾ ਹੋਵੇ, ਸਿਰਫ ਮੌਜੂਦਾ ਵਿਧਾਇਕ ਜਾਂ ਵਿਰੋਧੀ ਧਿਰ ਹੀ ਨਹੀਂ, ਲੋਕਾਂ ਦੇ ਨਾਲ, ਲੋਕਾਂ ਦੀ ਰਾਏ ਦੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਹੈ। ਉਸ ਤੋਂ ਬਿਨਾਂ ਗੱਲ ਅਧੂਰੀ ਰਹਿ ਜਾਂਦੀ ਹੈ। ਅਸੀਂ ਹਲਕੇ ਦਾ ਦੌਰਾ ਕਰ ਰਹੇ ਸੀ, ਲੰਘ ਰਹੇ ਸੀ ਤਾਂ ਬਜ਼ੁਰਗ ਮਿਲੇ। ਬਜ਼ੁਰਗ ਇੱਥੇ ਜਿਹੜਾ ਹੈ ਉਹ ਫਰੂਟ ਵੇਚਦੇ ਆ, ਲੋਕਾਂ ਨੂੰ ਸਿਹਤਮੰਦ ਰਹਿਣ ਲਈ ਪ੍ਰੇਰਦੇ ਆ। ਸਤਿ ਸ਼੍ਰੀ ਅਕਾਲ ਜੀ। ਅਸੀਂ ਕੀ ਨਾਮ ਹੈ ਤੁਹਾਡਾ? ਰਾਮਧਾਰੀ ਜੀ। ਕਿੰਨੇ ਚਿਰ ਤੋਂ ਕੰਮ ਕਰਦੇ ਫਰੂਟ ਦਾ? 2 ਸਾਲ ਹੋ ਗਏ। 2 ਸਾਲ ਹੋ ਗਏ। ਹਾਂਜੀ, ਪਹਿਲਾਂ ਕੀ ਕਰਦੇ ਸੀ? ਪਹਿਲਾਂ ਸਬਜ਼ੀ ਵੇਚਦੇ, ਫੇਰੀ ਦਾ ਕੰਮ ਜੀ, ਪਿੰਡਾਂ ਦੇ ਵੀ ਜੀ। ਅੱਛਾ, ਹਾਂਜੀ। ਖੇਤੀਬਾੜੀ ਹੈ? ਖੇਤੀਬਾੜੀ ਨਹੀਂ ਜੀ। ਜ਼ਮੀਨ ਹੈ ਨਹੀਂ? ਨਾ ਜੀ, ਜ਼ਮੀਨ ਰਹਿਣ ਵਾਲੇ ਕਿੱਥੋਂ ਦੇ ਹੋ? ਚਾਪੜ ਪਿੰਡ ਜੀ। ਤੁਹਾਡਾ ਹਲਕਾ ਕਿਹੜਾ ਪੈਂਦਾ ਹੈ? ਐਮਐਲਏ ਕੌਣ ਹੈ? ਇਹ ਜਲਾਲਪੁਰ ਜੀ, ਮਦਨ ਲਾਲ। ਹਾਂਜੀ। ਕਿਵੇਂ ਬੰਦਾ? ਸਭ ਬਹੁਤ ਵਧੀਆ ਬੰਦਾ ਜੀ, ਬਹੁਤ ਠੀਕ ਬੰਦਾ ਜੀ, ਬਹੁਤ ਕੰਮ ਕਰੇ ਜੀ। ਠੀਕ ਹੈ ਜੀ। ਐਮਐਲਏ ਤੁਹਾਡੇ ਹਲਕੇ ਦਾ ਮਦਨ ਲਾਲ ਜਲਾਲਪੁਰ, ਕੀ ਕਹੋਗੇ, ਕਿਹੋ ਜਿਹਾ ਬੰਦਾ ਹੈ? ਉਸ ਤੋਂ ਪਹਿਲਾਂ ਵੀ ਬਹੁਤ ਇਸ ਹਲਕੇ ਨੂੰ ਐਮਐਲਏ ਮਿਲੇ ਤਰ੍ਹਾਂ ਦੇ, ਇਹਨਾਂ ਨੇ ਕੀ ਕੰਮ ਕਰਾਏ, ਕੀ ਨਹੀਂ ਕਰਾਏ? ਦੇਖੋ, ਸਾਡੇ ਤਾਂ ਇਲਾਕੇ 'ਚ ਬਹੁਤ ਕੰਮ ਹੋਇਆ ਜੀ। ਸਾਡੇ ਮੇਰੇ ਪਿੰਡ ਦਾ ਖਾਸ ਕਰਕੇ ਜਾ ਕੇ ਦੇਖੋ ਤੁਸੀਂ, ਪਿੰਡ ਦਾ ਮਾਹੌਲ ਜੀ, ਬਹੁਤ ਕੰਮ ਹੋਇਆ। ਨੰਬਰ 2 ਜੀ, ਸਾਡੇ ਇਹ ਨਹਿਰ ਦੇਖੋ, ਸੀਲ ਵਾਲੀ ਦਾ ਕਿੱਡਾ ਵਧੀਆ ਪ੍ਰੋਜੈਕਟ ਮੈਂ ਤਿਆਰ ਹੋਇਆ ਜੀ, ਇਹਦੀ ਮਨਜ਼ੂਰੀ ਆ ਗਈ। ਸਾਡਾ ਰੋਡ ਦੇਖੋ ਜੀ, ਸਾਡੇ ਚਾਪੜ ਤੋਂ ਪੜਮਾਜਰੇ ਨੂੰ ਰੋਡ ਕੱਢਿਆ ਜੀ ਹੁਣੇ, ਹੈ ਜੀ। ਅੱਛਾ, ਹੋਰ ਸਾਡੇ ਸਾਰੇ ਕਿਸੇ ਪਾਸੇ ਸਾਨੂੰ ਪ੍ਰੋਬਲਮ ਇਹ ਨਹੀਂ, ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਜੀ ਸਰਕਾਰ 'ਚ। ਅੱਛਾ। ਬਾਕੀ ਕਰਜ਼ਾ ਮਾਫੀ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਹੋਇਆ ਜੀ, ਸਾਰਾ ਕੁਝ ਹੋਇਆ। ਪੈਨਸ਼ਨ ਸਕੀਮ, ਸਾਰੇ ਸਿਸਟਮ ਬਹੁਤ ਵਧੀਆ ਚੱਲ ਰਿਹਾ ਜੀ। ਕੋਈ ਐਸੀ ਕਿਸੇ ਤਰ੍ਹਾਂ, ਇਹ ਰੋਡ ਦੇਖ ਲਓ ਤੁਸੀਂ, ਤੁਹਾਡੇ ਸਾਹਮਣੇ ਹੈ ਸਰ। ਹਾਂ, ਹੋਰ ਕੋਈ ਗੱਲਬਾਤ ਪੁੱਛਣੀ ਉਹ ਦੱਸੋ ਜੀ। ਠੀਕ ਹੈ। ਹਾਂਜੀ, ਯਾਨੀ ਕਿ ਤੁਸੀਂ ਖੁਸ਼ ਹੋ ਕੁੱਲ ਮਿਲਾ ਕੇ? 100% ਕੇ 200% ਖੁਸ਼ ਹਾਂ ਜੀ। ਅੱਛਾ। ਹਾਂਜੀ ਹਾਂਜੀ, ਵੀ ਵਧੀਆ ਕੰਮ ਹੋਇਆ। ਵਧੀਆ ਜੀ, ਸਾਡੇ ਇਲਾਕੇ ਦਾ ਬਹੁਤ ਟੌਪ ਦੇ ਕੰਮ ਹੋਇਆ ਜੀ। ਗੱਲਬਾਤ ਜਿਹੜੀ ਹੈ ਉਹ ਜਾਰੀ ਰਹੇਗੀ, ਲੋਕਾਂ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਕਰਦੇ ਰਹਾਂਗੇ ਕਿ ਆਖਰ ਕਿਸ ਤਰੀਕੇ ਦੇ ਨਾਲ ਹਲਕੇ ਦਾ ਵਿਕਾਸ ਹੋਇਆ, ਲੋਕ ਕੀ ਸੋਚਦੇ ਆ, ਲੋਕਾਂ ਦੀ ਵੱਖੋ ਵੱਖਰੀ ਰਾਏ ਹੈ। ਚੱਲਦੇ ਆ ਕਿਸੇ ਹੋਰ। ਹਲਕਾ ਘਨੌਰ ਦੇ ਲੋਕਾਂ ਦਾ ਮਿਲਿਆ ਜੁਲਿਆ ਪ੍ਰਤੀਕਰਮ ਦੇਖਣ ਨੂੰ ਮਿਲਿਆ ਹੈ। ਕਈ ਵਿਧਾਇਕ ਤੋਂ ਖੁਸ਼ ਸਨ ਅਤੇ ਕਈ ਖਫਾ ਵੀ ਹਨ। ਹਲਕਾ ਘਨੌਰ ਦੇ ਬੱਸ ਸਟੈਂਡ ਦੀ ਤਰਸਯੋਗ ਹਾਲਤ ਵੇਖ ਕੇ ਪ੍ਰਤੀਤ ਹੁੰਦਾ ਹੈ ਕਿ ਇੱਥੇ ਸਰਕਾਰ ਜਾਂ ਪਹਿਲਾਂ ਦੀ ਸਰਕਾਰਾਂ ਦੀ ਨਜ਼ਰੇ ਇਨਾਇਤ ਨਹੀਂ ਹੋਈ ਹੈ। ਅਕਸਰ ਕਹਿੰਦੇ ਆ ਕਿ ਕਈ ਚੀਜ਼ਾਂ ਦੇ ਬਾਰੇ ਦੱਸਣ ਦੀ ਲੋੜ ਨਹੀਂ ਹੁੰਦੀ, ਉਹਦੀਆਂ ਤਸਵੀਰਾਂ ਆਪਦੀ ਜ਼ੁਬਾਨੀ ਬੋਲਦੀਆਂ ਨੇ। ਹਲਕਾ ਘਨੌਰ ਦੀ ਗੱਲ ਕਰ ਰਹੇ ਹਾਂ। ਜਗ੍ਹਾ ਜਗ੍ਹਾ ਤੇ ਜਾ ਕੇ ਜਦੋਂ ਅਸੀਂ ਕਵਰੇਜ ਕਰ ਰਹੇ ਹਾਂ ਤਾਂ ਪਹੁੰਚੇ ਹਾਂ ਹਲਕਾ ਘਨੌਰ ਦੇ ਬੱਸ ਸਟੈਂਡ ਤੇ। ਬੱਸ ਸਟੈਂਡ ਦੀ ਤਸਵੀਰ ਤੁਹਾਨੂੰ ਦਿਖਾਵਾਂਗੇ। ਤਸਵੀਰ ਦੇਖ ਕੇ ਤੁਸੀਂ ਸਮਝੋਗੇ ਕਿ ਕਿਸ ਕਦਰ ਘਨੌਰ ਦਾ ਵਿਕਾਸ ਬੋਲਦਾ ਹੈ। ਇਹ ਹਲਕਾ ਘਨੌਰ ਦਾ ਬੱਸ ਸਟੈਂਡ ਹੈਗਾ ਤੇ ਤੁਸੀਂ ਤਸਵੀਰਾਂ ਦੇਖੋਗੇ ਕਿ ਜਿੱਥੇ ਅਕਸਰ ਬੱਸਾਂ ਲੱਗਦੀਆਂ ਨੇ ਉੱਥੇ ਪਿੱਛੇ ਗੱਡੀਆਂ ਜਿਹੜੀਆਂ ਖੜੀਆਂ ਨੇ, ਲੋਕਾਂ ਨੇ ਆਪਣੀਆਂ ਗੱਡੀਆਂ ਕਾਰਾਂ ਲਾਈਆਂ ਹੋਈਆਂ ਨੇ
ਔਰ ਕੁਝ ਕੁ ਬੱਸਾਂ ਤੁਹਾਨੂੰ ਇੱਥੇ ਖੜੀਆਂ ਜਿਹੜੀਆਂ ਉਹ ਮਿਲਣਗੀਆਂ। ਹਾਲਾਂਕਿ ਟਾਈਲਾਂ ਜ਼ਰੂਰ ਲੱਗੀਆਂ ਹੋਈਆਂ ਨੇ, ਪੱਕੀ ਜ਼ਰੂਰ ਬਣਾਇਆ ਹੋਇਆ ਬੱਸ ਸਟੈਂਡ ਨੂੰ, ਪਰ ਜੋ ਚੀਜ਼ ਇੱਕ ਬੱਸ ਸਟੈਂਡ ਦੀ ਮੁੱਢਲੇ ਤੌਰ ਦੇ ਉੱਤੇ ਹੁੰਦੀ ਹੈ ਉਹ ਗੱਲਬਾਤ ਉਸ ਤਰੀਕੇ ਨਾਲ ਬੱਸ ਸਟੈਂਡ ਦੇ ਵਿੱਚ ਨਜ਼ਰ ਨਹੀਂ ਆ ਰਹੀ। ਸਟਾਪੇਜ ਹੋਣ ਜਿੱਥੇ ਰੂਟ ਲਿਖਿਆ ਹੋਵੇ, ਉਹ ਚੀਜ਼ਾਂ ਜਿਹੜੀਆਂ ਨਹੀਂ ਦਿਖ ਰਹੀਆਂ। ਤੇ PRTC ਦੀ ਬੱਸ ਆ, ਮੈਨੂੰ ਲੱਗਦਾ ਕਿ ਕਨੈਕਟਰ ਸਾਹਿਬ। ਹਾਂਜੀ, ਕੀ ਨਾਮ ਹੈ ਜੀ? ਮੇਰਾ ਜਸਵੀਰ ਸਿੰਘ ਹੈ ਜੀ। ਬੱਸ ਸਟੈਂਡ ਬਾਰੇ ਕੀ ਕਹੋਗੇ? ਬੱਸ ਸਟੈਂਡ ਜਿਹੋ ਜਿਹਾ ਬੱਸ ਸਟੈਂਡ ਹੋਣਾ ਚਾਹੀਦਾ ਉਹੋ ਜਿਹਾ ਬੱਸ ਸਟੈਂਡ ਹੈਗਾ ਜੋ ਬੱਸ ਸਟੈਂਡ ਨੂੰ ਹੋਣਾ ਚਾਹੀਦਾ, ਮਿਲਣਾ ਚਾਹੀਦਾ? ਇਹ ਤਾਂ ਹੋਊਗਾ ਜੀ, ਬਣਾ ਰਹੇ ਹਾਂ ਤਾਂ। ਬਣ ਰਿਹਾ? ਹਾਂਜੀ ਹਾਂ। ਕਦੋਂ ਤੋਂ ਬਣਨਾ ਸ਼ੁਰੂ ਹੋਇਆ ਹੈ ਤੇ ਕਿੰਨੇ ਕੁ ਚਿਰ 'ਚ ਬਣ ਜੂ? ਬਸ ਕਨੈਕਟਰ ਪਿੱਛੇ ਨਾ ਮੁੰਡਾ ਕਨੈਕਟਰ ਪਿੱਛੇ ਆਪਣਾ। ਮੈਂ ਤਾਂ ਸਵਾਰੀ ਹਾਂ। ਮੈਂ ਕਨੈਕਟਰ ਬਣਨਾ ਚਾਹੀਦਾ, ਵੈਸੇ ਚੰਗੀ ਗੱਲ ਹੈ। ਬਣਨਾ ਚਾਹੀਦਾ, ਹਾਂ ਬਹੁਤ ਵਧੀਆ, ਚੰਗਾ। ਹਲੇ ਬਣਿਆ ਨਹੀਂ? ਨਾ ਬਣਿਆ ਨਹੀਂ। ਕਹਿੰਦੇ ਕਿ ਬਣਨਾ ਚਾਹੀਦਾ ਪਰ ਹਲੇ ਬਣਿਆ ਨਹੀਂ ਹੈਗਾ। ਬਣਨਾ ਚਾਹੀਦਾ ਹੈਗਾ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਉਸ ਤਰੀਕੇ ਦੇ ਨਾਲ ਬੱਸ ਸਟੈਂਡ ਨਹੀਂ ਮੁਕੰਮਲ ਹੈਗਾ ਜੋ ਬੱਸ ਸਟੈਂਡ ਦੀ ਡਿਮਾਂਡ ਹੁੰਦੀ ਹੈ। ਕੈਮਰੇ ਦੇ ਅੱਗੇ ਤੇ ਕੈਮਰੇ ਦੇ ਪਿੱਛੇ ਬੋਲਣ ਦੇ ਵਿੱਚ ਬਹੁਤ ਫਰਕ ਹੈ। ਬਹੁਤ ਸਾਰੇ ਲੋਕ ਅੱਗੇ ਨਹੀਂ ਆ ਕੇ ਬੋਲਣਾ ਚਾਹੁੰਦੇ, ਪਰ ਦੱਸ ਰਹੇ ਆ ਕਿ ਬੱਸ ਸਟੈਂਡ ਦਾ ਕੰਮ ਕਾਫੀ ਲੰਮੇ ਸਮੇਂ ਤੋਂ ਅਧੂਰਾ ਪਿਆ। ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਮੁਤਾਬਕ ਹਲਕੇ ਦਾ ਵਿਕਾਸ ਉਹਨਾਂ ਦੀ ਅਗਵਾਈ ਵਿੱਚ ਹੋਇਆ ਹੈ, ਪਰ ਵਿਰੋਧੀ ਧਿਰਾਂ ਇਸ ਨਾਲ ਇਤਫਾਕ ਨਹੀਂ ਰੱਖਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੀ ਪ੍ਰਮੁੱਖ ਦਾਅਵੇਦਾਰ ਅਤੇ 2017 'ਚ ਚੋਣ ਲੜ ਚੁੱਕੇ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਕਿਹਾ ਕਿ ਜੇਕਰ ਹਲਕੇ 'ਚ ਵਿਕਾਸ ਹੋਇਆ ਤਾਂ ਸਿਰਫ ਤੇ ਸਿਰਫ ਮਦਨ ਲਾਲ ਜਲਾਲਪੁਰ ਦਾ ਹੋਇਆ ਹੈ। ਗੱਲ ਕਰ ਰਹੇ ਹਾਂ ਹਲਕਾ ਘਨੌਰ ਦੀ। ਹਲਕਾ ਘਨੌਰ ਦੇ ਵਿਧਾਇਕ ਦਾ ਰਿਪੋਰਟ ਕਾਰਡ ਤਿਆਰ ਕੀਤਾ ਜਾ ਰਿਹਾ ਹੈ। ਲੋਕਤੰਤਰ ਦੇ ਵਿੱਚ ਇੱਕ ਬਹੁਤ ਖੂਬਸੂਰਤ ਗੱਲ ਹੈ ਕਿ ਜਿੱਥੇ ਮੈਜੋਰਿਟੀ ਦੇ ਨਾਲ ਹਾਕਮ ਜਮਾਤ ਹੁੰਦੀ ਹੈ ਤੇ ਉਹਦੀ ਜਿਹੜੀ ਪ੍ਰੋੜਤਾ ਕਹਿ ਦਈਏ ਜਾਂ ਉਹਦੀ ਆਲੋਚਨਾ ਉਹ ਕਰਨ ਵਾਸਤੇ ਵਿਰੋਧੀ ਧਿਰ ਹੁੰਦੀ ਹੈ। ਔਰ ਵਿਰੋਧੀ ਧਿਰ ਲੋਕਾਂ ਦੇ ਲਈ, ਲੋਕਾਂ ਦੇ ਮਸਲਿਆਂ ਦੇ ਲਈ, ਉਹਨਾਂ ਦੇ ਹੱਕ ਹਕੂਕ ਲਈ ਇੱਕ ਪਹਿਰੇਦਾਰੀ ਦਾ ਕੰਮ ਕਰਦੀ ਹੈ। ਇਸੇ ਕਰਕੇ ਵਿਰੋਧੀ ਧਿਰ ਵਾਲਿਆਂ ਨੂੰ ਪਹਿਰੇਦਾਰੀ ਦੀ ਡਾਂਗ ਵੀ ਉਹਨਾਂ ਦੇ ਹੱਥ 'ਚ ਦਿੱਤੀ ਜਾਂਦੀ ਹੈ ਕਿ ਹਾਕਮ ਜਮਾਤ ਨੂੰ ਉਹਨਾਂ ਵੱਲੋਂ ਕੀਤੇ ਹੋਏ ਵਾਅਦਿਆਂ ਨੂੰ ਸਮੇਂ-ਸਮੇਂ ਤੇ ਯਾਦ ਕਰਵਾ ਕੇ ਜਿਹੜੇ ਕੰਮ ਨੇ, ਜਿਹੜੇ ਵਿਕਾਸ ਦੀ ਗੱਲ ਹੈ, ਉਹ ਜ਼ਰੂਰ ਲਿਖੀ ਜਾਵੇ। ਇਸ ਵੇਲੇ ਸਾਡੇ ਨਾਲ ਹਲਕਾ ਘਨੌਰ ਤੋਂ ਸਾਬਕਾ ਵਿਧਾਇਕ ਤੇ ਇਲੈਕਸ਼ਨ ਲੜ ਚੁੱਕੇ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਹੋਰੀ ਨੇ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ। ਮੈਂ ਸਾਰੇ GTV ਦੇ ਚੈਨਲ ਦੇ ਦਰਸ਼ਕਾਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਕਹਿੰਦੀ ਹਾਂ। ਅਸੀਂ ਹਲਕਾ ਘਨੌਰ ਦਾ MLA ਰਿਪੋਰਟ ਕਾਰਡ ਤਿਆਰ ਕਰਨ ਜਾ ਰਹੇ ਹਾਂ ਔਰ ਉਸ ਦੇ ਵਿੱਚ ਸਭ ਤੋਂ ਪਹਿਲਾਂ ਹਲਕੇ ਦੇ ਮੌਜੂਦਾ ਵਿਧਾਇਕ ਨਾਲ ਗੱਲ ਕੀਤੀ ਮਦਨ ਲਾਲ ਜਲਾਲਪੁਰ ਹੋਰਾਂ ਨਾਲ। ਉਹ ਕਹਿੰਦੇ ਆ ਕਿ ਮੈਂ ਵਿਕਾਸ ਦਾ ਜਿਹੜਾ ਸੁਪਨਾ ਲੈ ਕੇ ਚੱਲਿਆ ਸੀ ਉਸ ਨੂੰ 75% ਪੂਰਾ ਕਰ ਲਿਆ ਤੇ 25 ਵੀ ਹੁਣ ਬਹੁਤ ਜਲਦ ਹੋ ਜਾਵੇਗਾ। ਬਹੁਤ ਵਧੀਆ ਗੱਲ ਹੈ ਕਿ ਜਿਹੜਾ ਉਹ ਕਹਿੰਦੇ ਨੇ ਵੀ ਮੈਂ ਸੁਪਨਾ ਲੈ ਕੇ ਚੱਲਿਆ ਸੀ ਉਹਨੂੰ 75% ਮੈਂ ਪੂਰਾ ਕਰਤਾ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਹੈ ਕਿ ਜਿਹੜਾ ਉਹਨਾਂ ਦਾ ਸੁਪਨਾ ਸੀ ਉਹ ਪੂਰਾ ਕੀਤਾ, ਜਿਹੜਾ ਉਹ ਸਾਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਕੀ ਕੰਮ ਕੀਤੇ ਨੇ। ਇੱਕ ਪਾਸੇ ਬੜਾ ਜ਼ੋਰ ਲਾ ਰਹੇ ਨੇ ਕਿ ਅਸੀਂ ਵਿਕਾਸ ਕਰ ਰਹੇ ਹਾਂ। ਮੈਂ ਬਿਲਕੁਲ ਮੰਨ ਰਹੀ ਹਾਂ ਕਿ ਉਹ ਵਿਕਾਸ ਕਰ ਰਹੇ ਨੇ, ਪਰ ਇੱਕ ਗੱਲ ਹੈ ਕਿ ਵਿਕਾਸ ਹੋ ਕਿੱਥੇ ਰਿਹਾ ਹੈ। ਜਿਹੜਾ ਵਿਕਾਸ ਆ ਉਹ ਆਪਣਾ ਕਰ ਰਹੇ ਨੇ, ਆਪਣੇ ਚਹੇਤਿਆਂ ਦਾ ਕਰ ਰਹੇ ਨੇ। ਉਹ ਕੋਈ ਹਲਕਾ ਘਨੌਰ ਦਾ ਵਿਕਾਸ ਨਹੀਂ ਕਰ ਰਹੇ ਗੇ। 4.5 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ। ਮੈਨੂੰ ਇੱਕ ਵੀ ਕੰਮ ਦੱਸੋ ਜਿਹੜਾ ਉਹਨਾਂ ਨੇ ਕੰਮ ਕਰਿਆ ਹੋਵੇ। ਸਭ ਤੋਂ ਪਹਿਲਾਂ ਜਦੋਂ ਉਹਨਾਂ ਦੀ ਸਰਕਾਰ ਬਣ ਗਈ ਸੀ ਤਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਸੀ ਉਹਨਾਂ ਨੇ ਇਹ ਕੀਤਾ ਸੀ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀ ਉਹਨਾਂ ਦੇ ਉੱਤੇ ਧੜਾ ਧੜ ਪਰਚੇ ਕੀਤੇ ਸੀ। ਫਿਰ ਉਸ ਤੋਂ ਬਾਅਦ ਜਦੋਂ MC ਦੀਆਂ ਚੋਣਾਂ ਆ ਗਈਆਂ ਸੀ, ਇੱਥੋਂ ਤੱਕ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਸੀ ਉਹਨਾਂ ਨੂੰ ਪੇਪਰ ਭਰਨ ਤੱਕ ਵੀ ਨਹੀਂ ਦਿੱਤਾ ਗਿਆ। ਕਹਿੰਦੇ ਆ ਇਹ ਵਿਰੋਧੀਆਂ ਦੀ ਇੱਕ ਨਾ ਰਲੀ ਮਿਲੀ ਚਾਲ ਹੈ ਅਫਸਰਸ਼ਾਹੀ ਨਾਲ ਮਿਲ ਕੇ, ਕਿਉਂਕਿ ਉਹ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਪੂਰੀ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਦੇ ਹੱਥਾਂ ਦੇ ਵਿੱਚ ਸੀਗੇ, ਜਿਸ ਕਰਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਕ ਵੀ ਜਿਹੜੇ ਮੇਰੇ ਪ੍ਰਤੀ ਮਾਫੀਆ ਦੇ ਲਫ਼ਜ਼ ਉਪਜਦੇ ਨੇ, ਪਣਪਦੇ ਨੇ, ਉਹ ਪ੍ਰੂਵ ਹੋ ਜੇ ਤੇ ਕਹਿੰਦੇ ਮੈਂ ਰਿਜ਼ਾਈਨ ਕਰ ਦੂੰ। ਦੇਖੋ ਕਹਿਣ ਨੂੰ ਤਾਂ ਬਹੁਤ ਕੁਝ ਕਹਿੰਦੇ ਨੇ। ਆਪਾਂ ਸ਼ੰਭੂ ਏਰੀਏ ਚੱਲੀਏ, ਉੱਥੇ ਜਾ ਕੇ ਦੇਖੋ ਲੋਕ ਕਿਵੇਂ ਤਰ੍ਹਾਂ ਕਰ ਰਹੇ ਨੇ। 35 ਫੁੱਟ ਦੇ ਟੋਏ ਪੱਟੇ ਪਏ ਨੇ। ਮੈਂ ਪਿੰਡ ਚਮਾਰੂ ਚਲੀ ਗਈ,
ਸਾਡੇ ਹਲਕੇ ਦਾ ਪਿੰਡ ਹੈ। ਜਦ ਉੱਥੇ ਗਏ ਆ ਤਾਂ ਉੱਥੇ ਤੁਸੀਂ ਜਾ ਕੇ ਦੇਖੋ, ਜਿਹੜਾ ਟੋਭਾ ਸੀ ਉਹਨੂੰ ਸਿਰਫ ਸਾਫ਼ ਸਫਾਈ ਕਰਨੀ ਸੀ, ਪਰ ਉਹਦੀ ਪਟਾਈ ਸੀ ਜਿਹੜੀ 35 ਫੁੱਟ ਕਰੀ ਪਈ ਹੈ। ਜੇ ਕਿਸੇ ਦਾ ਡੰਗਰ ਗਿਰ ਜੇ ਜਾਂ ਕੋਈ ਬੱਚਾ ਗਿਰ ਜੇ ਉੱਥੋਂ ਲੱਭ ਨਹੀਂ ਸਕਦੇ ਹੈਗੇ ਆਪਾਂ, ਇੰਨਾ ਮਾੜਾ ਹਾਲ ਕੀਤਾ ਹੋਇਆ ਸੀ। ਆ ਪਿੱਛੇ ਜੇ ਬਠਾਉਣੀਆਂ ਦੇ ਨੇੜੇ ਬਹੁਤ ਜ਼ਿਆਦਾ ਮਾਈਨਿੰਗ ਚੱਲ ਰਹੀ ਸੀ, ਕਿਉਂਕਿ ਪ੍ਰਸ਼ਾਸਨ ਹੈ ਜਿਹੜਾ ਇਹਨਾਂ ਦੇ ਨਾਲ ਰਲਿਆ ਹੋਇਆ, ਸਾਰੇ SHO ਇਹਨਾਂ ਦੇ ਨਾਲ ਸੀ। ਅੱਜ ਭਾਵੇਂ MLA ਸਾਹਿਬ ਕੁਝ ਵੀ ਕਹੀ ਜਾਣ, ਉਹ ਤਾਂ ਕਹਿੰਦੇ ਮਾਈਨਿੰਗ ਇੱਥੇ ਹੋ ਹੀ ਨਹੀਂ ਸਕਦੀ। ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀ ਵੀ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਕਿ ਤੁਸੀਂ ਮਾਈਨਿੰਗ ਕਰਵਾਈ ਹੈ। ਉਹ ਕਹਿੰਦੇ ਇੱਥੇ ਤਾਂ ਕੋਈ ਖਾਡੀ ਨਹੀਂ ਹੈਗੀ, ਤੇ ਜਿਹੜੀਆਂ ਕੋਈ ਸੀਗੀਆਂ ਉਹ ਬਹੁਤ ਲੰਮੇ ਸਮੇਂ ਤੋਂ ਬੰਦ ਪਈਆਂ ਨੇ ਜਾਂ ਡਿਸਪਿਊਟਡ ਨੇ। ਕਹਿੰਦੇ ਮਾਈਨਿੰਗ ਤਾਂ ਇੱਥੇ ਹੋ ਹੀ ਨਹੀਂ ਸਕਦੀ ਕਿਸੇ ਵੀ ਐਂਗਲ ਤੋਂ। ਦੇਖੋ ਮੈਂ ਹੁਣ ਇਦਾਂ ਨਹੀਂ ਕਹਿ ਸਕਦੀ, ਤੁਹਾਨੂੰ ਨਾਲ ਲੈ ਕੇ ਜਾਵਾਂ, ਫਿਰ ਤੁਹਾਨੂੰ ਦਿਖਾਵਾਂ ਵੀ ਆਹ ਹਾਲ ਹੋਏ ਵੇ ਨੇ ਇੱਥੇ, ਔਰ ਲੋਕ ਤੁਹਾਨੂੰ ਆਪਣੇ ਮੂੰਹ ਨਾਲ ਦੱਸਣਗੇ ਕਿ ਆਹ ਜਿਹੜਾ ਮਾਈਨਿੰਗ ਦਾ ਕੰਮ ਹੈ ਕਿੱਥੇ ਚੱਲ ਰਿਹਾ। ਇੱਕ ਗੱਲ ਹੋਰ ਦੇਖੋ, ਜੇ ਕੋਈ ਬੰਦਾ ਕਿਸੇ ਨੂੰ ਲੋੜ ਪੈਂਦੀ ਸੀ ਨਾ ਮਿੱਟੀ ਦੀ, ਤਾਂ ਉਹਦੇ ਉੱਤੇ ਫਟਾਫਟ ਨਾਲ ਦੀ ਨਾਲ ਪਰਚਾ ਦਰਜ ਹੋ ਜਾਂਦਾ ਸੀ। ਔਰ ਜਦੋਂ MLA ਸਾਹਿਬ ਦੇ ਟਿੱਪਰ ਚੱਲਦੇ ਸੀ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ, ਸਾਰੀਆਂ ਸੜਕਾਂ ਤੋੜਤੀਆਂ ਨੇ, ਬੁਰਾ ਹਾਲ ਕਰਕੇ ਰੱਖਿਆ ਪਿਆ। ਜਿੰਨਾ ਵਿਕਾਸ ਹੋਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ। ਭਾਵੇਂ ਘਨੌਰ ਸ਼ਹਿਰ ਦੇ ਵਿੱਚ ਕਾਲਜ ਬਣਾਇਆ, ਉਹ ਵੀ ਮੁਖਮੇਲਪੁਰ ਸਾਹਿਬ ਨੇ ਕਾਲਜ ਬਣਵਾਇਆ ਸੀ ਬਾਦਲ ਸਾਹਿਬ ਤੋਂ। ਫਿਰ ਉਸ ਤੋਂ ਬਾਅਦ ਜਿਹੜੀ ਮੰਡੀ ਬਣੀ ਉਹ ਵੀ ਅਕਾਲੀ ਦਲ ਦੀ ਸਰਕਾਰ ਸਮੇਂ ਬਣੀ। ਜਿਹੜਾ ਸਕੂਲ ਬਣਿਆ ਸੀ ਉਹ ਵੀ ਬਾਦਲ ਸਾਹਿਬ ਨੇ ਬਣਾ ਕੇ ਦਿੱਤਾ ਸੀ। ਸਾਡਾ ਹਸਪੀਟਲ ਉਹ ਵੀ ਬਾਦਲ ਸਾਹਿਬ ਨੇ ਬਣਾ ਕੇ ਦਿੱਤਾ ਸੀ। ਹੁਣ ਪਿੱਛੇ ਜੇ ਜਦੋਂ ਮੈਂ ਇਸ ਸਰਕਾਰ ਦੇ ਵਿੱਚ ਸੀ, ਅਸੀਂ ਉੱਥੇ ਜਿਹੜਾ ਸੀਵਰੇਜ ਸੀ ਉਹ ਪਵਾ ਕੇ ਦਿੱਤਾ। ਫਿਰ ਉਸ ਤੋਂ ਬਾਅਦ ਗਲੀਆਂ ਨਾਲੀਆਂ ਦੇ ਵਿੱਚ ਜਿਹੜੀਆਂ ਟੁੱਟੀਆਂ ਫੁੱਟੀਆਂ ਸੀ ਸਾਰੀਆਂ ਨੂੰ ਠੀਕ ਕਰਕੇ ਦਿੱਤਾ। ਜਿਹੜਾ ਕਿ ਬਹੁਤ ਦੇਰ ਦੀ ਇੱਕ ਮੰਗ ਸੀ ਲੋਕਾਂ ਦੀ, ਔਰਤਾਂ ਦੀ ਮੰਗ ਸੀ ਜ਼ਿਆਦਾ, ਕਿ ਸਾਨੂੰ ਬੱਸ ਸਟੈਂਡ ਹੈ ਜਿਹੜਾ ਇਹ ਬਣਾ ਕੇ ਦੇਣਾ ਚਾਹੀਦਾ। ਅਸੀਂ ਬਾਦਲ ਸਾਹਿਬ ਨੂੰ ਕਹਿ ਕੇ ਉਹ ਬੱਸ ਸਟੈਂਡ ਬਣਵਾਇਆ, ਜਿਹਦਾ ਕਿ 80 ਲੱਖ ਰੁਪਈਆ ਸਾਡੇ ਕੋਲੇ ਆ ਗਿਆ ਸੀ। ਉਸ 80 ਲੱਖ ਰੁਪਏ ਦੇ ਨਾਲ ਜਿਹੜੀ ਇਮਾਰਤ ਹੈ ਉਹ ਅਸੀਂ ਖੜੀ ਕਰਤੀ ਸੀ। ਉਸ ਤੋਂ ਬਾਅਦ ਸਰਕਾਰ ਚੇਂਜ ਹੋ ਗਈ। ਅੱਜ ਉਹ ਜਿਹੜਾ ਬੱਸ ਸਟੈਂਡ ਹੈ ਜਿੱਥੇ ਅਸੀਂ ਛੱਡ ਕੇ ਗਏ ਸੀ ਉੱਥੇ ਮੂੰਹ ਅੱਡੀ ਖੜਾ। ਦੱਸੋ ਇਹ ਵਿਕਾਸ ਦੀਆਂ ਗੱਲਾਂ ਨੇ? ਪਰ ਇਮਾਰਤ ਅਸੀਂ ਦੇਖ ਕੇ ਆਏ, ਇਮਾਰਤ ਦਾ ਅੱਜ ਵੀ ਕੁਝ ਨਹੀਂ, 4 ਪਿੱਲਰ ਨੇ ਬਸ, ਉਹਦੇ ਵਿੱਚ ਨਾ ਥੱਲੇ ਫਰਸ਼ ਹੈ ਤੇ ਨਾ ਕੋਈ ਹੋਰ ਚੀਜ਼ ਹੈ, ਨਾ ਉੱਪਰ ਕੋਈ ਬੋਰਡ ਹੈ। ਉਹਦੇ ਵਿੱਚ ਪ੍ਰਾਈਵੇਟ ਨਿੱਜੀ ਵਾਹਨ ਖੜੇ ਆ। ਬਿਲਕੁਲ ਸਹੀ ਗੱਲ ਹੈ। ਉੱਥੇ ਇਹਨਾਂ ਨੇ, ਕਿਉਂਕਿ ਸਾਡੀ ਜਦੋਂ ਸਰਕਾਰ ਸੀ ਸਮਾਂ ਥੋੜਾ ਸੀ, ਪੈਸੇ ਸਾਡੇ ਆ ਗਏ ਸੀ, ਬਾਅਦ ਚ ਵੀ ਇਹਨਾਂ ਨੇ ਲਿਪਾ ਪੋਚੀ ਜੀ ਕੀਤੀ ਉੱਪਰ ਜਾ ਕੇ, ਜਿਹੜੇ ਉੱਪਰ ਛੱਤ ਦੇ ਪੈਸੇ ਪਤਾ ਨਹੀਂ ਇਹਨਾਂ ਨੇ ਕਿੱਥੇ ਕੀ ਕਰਦੇ ਨੇ ਕੀ ਨਹੀਂ ਕਰਦੇ ਹੈਗੇ। ਤੇ ਨਾ ਕੋਈ ਕਿਸੇ ਪਿੰਡਾਂ 'ਚ ਗ੍ਰਾਂਟ ਆ ਰਹੀ ਹੈ। ਆ ਹੁਣ ਜ਼ਰੂਰ ਕਹਿੰਦੇ ਨੇ ਮਾੜੀ ਮੋਟੀ ਗ੍ਰਾਂਟ ਆ ਰਹੀ ਹੈ, ਉਹ ਵੀ ਸੈਂਟਰ ਦੀ ਗ੍ਰਾਂਟ ਹੈ। ਚਾਹੀਦਾ ਸੀਗਾ, ਤੁਹਾਨੂੰ ਕੀ ਲੱਗਦਾ ਵੀ ਆਹ ਚੀਜ਼ਾਂ ਜਿਹੜੀਆਂ ਅੱਗੇ ਹੋਣੀਆਂ ਚਾਹੀਦੀਆਂ ਸੀ ਪਰ ਉਹ ਲੰਘੇ 4.5 ਸਾਲਾਂ 'ਚ ਨਹੀਂ ਹੋ ਸਕੀਆਂ? ਦੇਖੋ ਮੇਰੇ ਹਿਸਾਬ ਨਾਲ ਤਾਂ 4.5 ਸਾਲ 'ਚ ਇਹਨੇ ਕੁਝ ਵੀ ਨਹੀਂ ਕਰਿਆ। ਇੱਕ ਇਹਨਾਂ ਨੇ ਟ੍ਰੀਟਮੈਂਟ ਪਲਾਂਟ ਦਾ ਕਰਿਆ ਸੀ ਮਡੌਲੀ ਪਿੰਡ ਦੇ ਵਿੱਚ, ਉਹ ਅੱਜ ਤੱਕ ਨਹੀਂ ਹੋਇਆ ਉੱਥੇ। ਬਾਕੀ ਪਿੰਡਾਂ ਦੇ ਵਿੱਚ ਜਾ ਕੇ ਨਾ ਲੋਕ ਦਿਖਾਵਾ ਕਰਨ ਵਾਸਤੇ ਇਹਨਾਂ ਨੇ ਉੱਥੇ ਪਾਈਪਾਂ ਪਾਉਣੀਆਂ ਸ਼ੁਰੂ ਕਰਤੀਆਂ, ਸਗੋਂ ਲੋਕ ਹੋਰ ਵੀ ਉੱਥੇ ਤੰਗ ਹੋ ਗਏ ਨੇ। ਜਿਹੜੀਆਂ ਸੜਕਾਂ ਨੇ ਉਹ ਪੱਟੀਆਂ ਗਈਆਂ ਨੇ, ਬੁਰਾ ਹਾਲ ਹੋ ਗਿਆ। ਇਹ ਇਹਨਾਂ ਦੇ ਵਿਕਾਸ ਕੀਤੇ ਹੋਏ ਨੇ। ਤੇ ਜਿਹੜੀ ਗੱਲ ਤੁਸੀਂ ਸੋਚਦੇ ਹੋ, ਜਿਹੜੇ ਲੋਕ ਸੋਚਦੇ ਵੀ ਹੋਣਾ ਕੀ ਚਾਹੀਦਾ ਸੀ ਜੋ ਕਿ ਨਹੀਂ ਹੋਇਆ? ਲੋਕ ਚਾਹੁੰਦੇ ਸੀ ਕਿ ਦੇਖੋ ਜਿਹੜਾ ਗਰੀਬ ਬੰਦਾ ਨਾ, ਉਹ ਤਾਂ ਇੱਕੋ ਹੀ ਗੱਲ ਚਾਹੁੰਦਾ ਕਿ ਸਾਨੂੰ ਕਿਸੇ ਨਾ ਕਿਤੇ ਆਟਾ ਦਾਲ ਮਿਲੇ, ਸਾਨੂੰ ਨਾਲ ਉਹਦੇ ਹੋਰ ਕੋਈ ਚੀਜ਼ ਮਿਲੇ। ਸਾਡੇ ਬਿਜਲੀ ਦੇ ਬਿੱਲ ਨੇ ਉਹ ਮਾਫ ਹੈ। ਬਿਜਲੀ ਦੇ ਬਿੱਲ ਦੀ ਮੈਂ ਤੁਹਾਨੂੰ ਗੱਲ ਸੁਣਾਵਾਂ। ਮੈਂ ਪਿੰਡ ਚਲੀ ਗਈ ਸੀ ਨਗਾਮਾ, ਉੱਥੇ ਜਦੋਂ ਮੈਂ ਐਸੀ ਪਰਿਵਾਰ ਕੋਲ ਗਈ, ਉੱਥੇ ਮੇਰੇ ਕੋਲ 5-7 ਬਜ਼ੁਰਗ ਆ ਗਏ। ਉਹ ਕਹਿਣ ਲੱਗੇ ਬੀਬੀ ਜੀ ਸਾਡਾ ਬਿੱਲ ਹੈ। ਮੈਂ ਕਿਹਾ ਕਿਤੇ 5-7 ਹਜ਼ਾਰ ਹੋਊਗਾ। ਜਦੋਂ ਮੈਂ ਬਿੱਲ ਦੇਖਿਆ 90 ਹਜ਼ਾਰ ਰੁਪਈਆ ਬਿੱਲ ਸੀ। ਮੈਂ ਉਹਨਾਂ ਦੇ ਨਾਲ ਜਾ ਕੇ ਐਕਸੀਅਨ ਕੋਲੇ ਉਹਨਾਂ ਦਾ ਸਾਰਾ ਬਿੱਲ ਠੀਕ ਕਰਵਾ ਕੇ ਦਿੱਤਾ। ਮੈਂ ਇੱਕੋ ਹੀ ਗੱਲ ਕਹੀ ਐਕਸੀਅਨ ਸਾਹਿਬ ਨੂੰ, ਮੈਂ ਕਿਹਾ ਗਰੀਬ ਪਰਿਵਾਰ ਸਵੇਰੇ ਕਮਾਉਂਦੇ ਨੇ ਤੇ ਸ਼ਾਮ ਨੂੰ ਖਾਂਦੇ ਨੇ, ਇਹ ਲੋਕ ਕਿੱਥੇ ਕੀ ਕਰਨਗੇ, ਕਿਸ ਤਰ੍ਹਾਂ ਇਹ ਜਿਉਂਦੇ ਰਹਿਣਗੇ? ਮੈਂ ਤਾਂ ਇੱਕੋ ਹੀ ਗੱਲ ਇਹੀ ਕਹਿੰਦੀ ਸੀ ਕਿ MLA ਸਾਹਿਬ ਨੂੰ ਵਿਤਕਰਾ ਛੱਡ ਕੇ ਲੋਕਾਂ ਦੇ ਵਿਕਾਸ ਕਰਾਉਣੇ ਚਾਹੀਦੇ ਸੀ। ਇਹਨਾਂ ਨੇ ਕੋਈ ਵਿਕਾਸ ਨਹੀਂ ਕਰਿਆ। ਇਹ ਤਾਂ ਬਸ 4.5 ਸਾਲ ਆਪਣੇ ਆਪ ਦਾ ਵਿਕਾਸ ਕਰਦੇ ਰਹੇ ਨੇ। ਜਿਹੜਾ ਹੁਣ 6 ਪਿੰਡਾਂ ਦਾ ਕੰਮ ਹੈ,
ਜਿਹੜੀ ਕਿ ਇਹਨਾਂ ਨੇ IT ਪਾਰਕ ਕਹਿੰਦੇ ਲੈ ਕੇ ਆਉਣਾ ਸੀ। ਲੋਕਾਂ ਦੇ ਵਿੱਚ ਬੜੀ ਖੁਸ਼ੀ ਪਾਈ ਗਈ ਸੀ ਕਿ 9,000 ਰੁਪਈਆ 9 ਲੱਖ ਰੁਪਈਆ ਸਾਨੂੰ ਇੱਕ ਕਿੱਲੇ ਦਾ ਮਿਲੂਗਾ, ਔਰ MLA ਨੇ ਕਿਹਾ ਸੀ ਕਿ 9 ਲੱਖ ਤੁਹਾਨੂੰ ਕਿੱਲੇ ਦਾ ਮਿਲੂਗਾ ਔਰ ਉਸ ਤੋਂ ਬਾਅਦ ਤੁਹਾਨੂੰ ਜ਼ਮੀਨ ਦੀ ਜ਼ਮੀਨ ਦਿੱਤੀ ਜਾਣੀ ਹੈ। ਪਰ ਇਹਨਾਂ ਨੇ ਕੀ ਕਰਿਆ, ਜਿਹੜੇ 9 ਲੱਖ ਰੁਪਏ ਤਾਂ ਮਿਲ ਗਿਆ, ਅੱਜ ਲੋਕ ਤਰਸ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਖਤਮ ਹੋ ਗਈਆਂ ਨੇ। ਔਰ ਇੱਕ ਵੱਡੀ ਗੱਲ ਹੋਰ ਹੈ ਕਿ ਜਿਨ੍ਹਾਂ ਲੋਕਾਂ ਕੋਲੇ ਇੱਕ ਬਿਸਵਾ ਵੀ ਜ਼ਮੀਨ ਨਹੀਂ ਸੀ ਹੈਗੀ, ਕਿਉਂਕਿ ਉਹ ਇਹਨਾਂ ਦੇ ਚਹੇਤੇ ਸੀ, ਉਹਨਾਂ ਨੂੰ ਇਹਨਾਂ ਨੇ 55 ਲੱਖ ਰੁਪਈਆ 60 ਲੱਖ ਰੁਪਈਆ ਦੇਤਾ। ਔਰ ਜੇ ਤੁਸੀਂ ਅੱਜ ਦੇਖੋ ਨਾ, ਪਿੰਡ ਸੇਰੇ ਦੇ ਵਿੱਚ ਮੈਂ ਗਈ ਸੀ ਇਕੱਲੇ, ਇਹ ਕਹਿੰਦੇ ਜੀ ਸਾਡੇ ਕੋਲ 100 ਕਰੋੜ ਰੁਪਈਆ ਆ ਗਿਆ, 50 ਕਰੋੜ ਰੁਪਈਏ ਨਾਲ ਵਿਕਾਸ ਕੀਤਾ। ਉਸ ਪਿੰਡ ਦਾ ਇੰਨਾ ਮਾੜਾ ਹਾਲ ਹੋਇਆ ਪਿਆ ਨਾ ਕਿ ਤੁਸੀਂ ਉੱਥੋਂ ਲੰਘ ਨਹੀਂ ਸਕਦੇ ਹੈਗੇ। ਜੇ ਕਿਸੇ ਦੂਜੇ ਪਿੰਡ 'ਚ ਲੰਘਣਾ ਹੁੰਦਾ ਤਾਂ ਗਲੀਆਂ ਦੇ ਵਿੱਚ ਨੂੰ ਜਾ ਜਾ ਕੇ ਉੱਥੇ ਜਾਇਆ ਜਾਂਦਾ। ਅਸੀਂ ਤਾਂ ਇੱਕੋ ਹੀ ਮੰਗ ਕਰਦੇ ਹਾਂ ਕਿ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਜ਼ਮੀਨਾਂ ਬਾਰੇ ਕਿਹਾ, ਉਹਨਾਂ ਨੂੰ ਜ਼ਮੀਨਾਂ ਦੇਣੀਆਂ ਚਾਹੀਦੀਆਂ ਨੇ, ਔਰ ਜਿਹੜੇ ਗਰੀਬ ਪਰਿਵਾਰ ਭਾਵੇਂ ਉਹਨਾਂ ਕੋਲ ਜ਼ਮੀਨ ਨਹੀਂ ਸੀ ਪਰ ਉਹਨਾਂ ਨੂੰ ਉਹਨਾਂ ਦਾ ਹਿੱਸਾ ਜਿਹੜਾ ਉਹ ਦੇਣਾ ਚਾਹੀਦਾ। ਇਹ ਅਸੀਂ ਮੁੱਦਾ, ਸਾਡੀ ਸਰਕਾਰ ਆਊਗੀ, ਇਹ ਅਸੀਂ ਉਹਨਾਂ ਬੰਦਿਆਂ ਦਾ ਜ਼ਰੂਰ ਕਰਵਾ ਕੇ ਦੇਵਾਂਗੇ। ਇਹ ਸੀ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਰਿਪੋਰਟ ਕਾਰਡ। ਜਲਾਲਪੁਰ ਹੋਰਾਂ ਨੇ ਆਪਣੀ ਤਾਰੀਫਾਂ ਦੇ ਪੁਲ ਬੰਨੇ, ਆਪਣੇ ਵਿਕਾਸ ਕਾਰਜਾਂ ਦੇ ਬਾਰੇ ਦੱਸਿਆ। ਨਾਲ ਹੀ ਉਹਨਾਂ ਕਿਹਾ ਕਿ ਅਫਸਰਸ਼ਾਹੀ ਦਾ ਰਾਜ ਰਿਹਾ, ਕੈਪਟਨ ਅਮਰਿੰਦਰ ਸਿੰਘ ਤਾਂ BJP ਦੇ ਨਕਸ਼ੇ ਕਦਮ ਤੇ ਚੱਲਦੇ ਰਹੇ, ਉਹ ਤਾਂ RS ਦੇ ਹੱਥਾਂ ਦੇ ਵਿੱਚ ਖੇਡਦੇ ਰਹੇ। ਜਿਹੜਾ ਕਾਂਗਰਸ ਦੇ ਅੰਦਰ ਫੇਰ ਬਦਲ ਹੋਇਆ, ਯਾਨੀ ਕਿ ਪੰਜਾਬ ਕਾਂਗਰਸ ਦੇ ਅੰਦਰ, ਸਰਕਾਰ ਦੇ ਅੰਦਰ ਜੋ ਤਬਦੀਲੀਆਂ ਹੋਈਆਂ, ਮੁੱਖ ਮੰਤਰੀ ਤੇ ਵਜ਼ੀਰੀਆਂ ਦੇ ਜਿਹੜੇ ਤਬਾਦਲੇ ਹੋਏ, ਉਸ ਨੂੰ ਲੈ ਕੇ ਮਦਨ ਲਾਲ ਜਲਾਲਪੁਰ ਕਾਫੀ ਖੁਸ਼ ਨਜ਼ਰ ਆਏ। ਪਰ ਜਦੋਂ ਸਵਾਲ ਪਾਇਆ ਗਿਆ ਕਿ ਤੁਹਾਡੇ ਹਲਕੇ ਦੇ ਵਿੱਚ ਵਿਰੋਧੀ ਤੁਹਾਡੇ ਤੋਂ ਬਹੁਤੇ ਖੁਸ਼ ਨਹੀਂ, ਉਹ ਕਹਿੰਦੇ ਵਿਰੋਧੀਆਂ ਦਾ ਕੰਮ ਹੁੰਦਾ ਹੈ ਇਲਜ਼ਾਮ ਮੜਨਾ। ਵਿਰੋਧੀਆਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ, ਜਿਵੇਂ ਸ਼ਰਾਬ ਫੈਕਟਰੀ ਦੀ ਗੱਲ ਆਈ, ਔਰ ਜਿਸ ਦੇ ਉੱਤੇ ਮਦਨ ਲਾਲ ਜਲਾਲਪੁਰ ਕਾਫੀ ਤਲਖ ਵੀ ਨਜ਼ਰ ਆਏ। ਉਹ ਕਹਿੰਦੇ ਆ ਕਿ ਜਿੰਨੇ ਮੇਰੇ ਉੱਤੇ ਇਲਜ਼ਾਮ ਲੱਗਦੇ ਆ ਇਹ ਸਾਰੇ ਇੱਕ ਸਾਜ਼ਿਸ਼ ਦਾ ਹਿੱਸਾ ਹੈ। ਇੱਥੇ ਤਾਂ ਅਫਸਰਸ਼ਾਹੀ ਦਾ ਰਾਜ ਰਿਹਾ, ਜਿਸ ਕਰਕੇ ਅਸੀਂ ਅਕਸਰ ਆਪਣੀ ਆਵਾਜ਼ ਜਿਹੜੀ ਹੈ ਉਹ ਸਾਡੀ ਸਰਕਾਰ ਦੇ ਪ੍ਰਤੀ ਜਿਹੜੇ ਆ ਉਹ ਬੁਲੰਦ ਕਰਦੇ ਰਹੇ। ਤੇ ਇਸੇ ਕਰਕੇ ਹੀ ਜਿਹੜਾ ਜਦੋਂ ਅਸੀਂ ਆਪਣੇ ਹਲਕੇ ਦਾ ਵਿਕਾਸ ਕਰ ਰਹੇ ਸੀ ਤਾਂ ਵਿਰੋਧੀਆਂ ਨੂੰ ਲੱਗਦਾ ਸੀ ਤੇ ਸਾਡੀ ਸਰਕਾਰ ਨੂੰ ਲੱਗਦਾ ਸੀ ਕਿ ਮਦਨ ਲਾਲ ਜਲਾਲਪੁਰ ਦਾ ਅਕਸ ਉੱਭਰ ਕੇ ਸਾਹਮਣੇ ਆ ਰਿਹਾ ਹੈ। ਪਰ ਵਿਰੋਧੀ ਲਗਾਤਾਰ ਕਟਾਕਸ਼ ਕਰ ਰਹੇ ਨੇ, ਤੰਜ਼ ਕਰ ਰਹੇ ਨੇ ਕਿ ਹਲਕੇ ਨੂੰ ਕੁਝ ਨਹੀਂ ਮਿਲਿਆ। ਜੋ ਕੁਝ ਮਿਲਿਆ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਦੇ ਰਾਜ ਦੇ ਵਿੱਚ ਮਿਲਿਆ। ਆਖਰ ਲੋਕਾਂ ਨੂੰ ਕੀ ਮਿਲਿਆ, ਕੀ ਨਹੀਂ ਮਿਲਿਆ, ਲੋਕਤੰਤਰ 'ਚ ਇਹ ਗੱਲ ਲੋਕ ਤੈਅ ਕਰਦੇ ਆ। ਇਹ ਸੀ ਹਲਕਾ ਘਨੌਰ ਦੇ ਵਿਧਾਇਕ ਦਾ ਰਿਪੋਰਟ ਕਾਰਡ। ਨੰਬਰ ਤੁਹਾਡੇ ਹੱਥ ਨੇ। ਕੈਮਰਾਮੈਨ ਅੰਕੁਰ ਦੇ ਨਾਲ ਨਵਜੋਤ ਸਿੰਘ ਢਾਲੀਵਾਲ, ਜ਼ੀ ਮੀਡੀਆ, ਹਲਕਾ ਘਨੌਰ ਤੋਂ।